ਧਾਮੀ ਸਾਹਿਬ ਬਾਦਲਾਂ ਨਾਲ ਲਾਈ ਐਸੀ ਯਾਰੀ ਭੁੱਲ ਗਈ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਦੀ ਜ਼ਿੰਮੇਵਾਰੀ। ਦੁਰ ਫਿਟੇ ਮੂੰਹ ਪੀਟੀਸੀ ਤੋਂ ਲੈ ਕੇ ਗੁਰਬਾਣੀ ਦੇ ਸਾਰੇ ਰਾਈਟਸ ਹਰਸਿਮਰਤ ਕੌਰ ਬਾਦਲ ਦੀ ਨਵੀਂ ਕੰਪਨੀ ਨੂੰ ਦੇਣ ਦੀ ਤਿਆਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਇਸ ਦੇ ਉੱਤੇ ਤਾਂ ਬਾਅਦ ਵਿੱਚ ਆਉਂਦੇ ਹਾਂ ਕਿ ਕੀ ਚੱਲ ਰਿਹਾ ਹੈ ਐਸਜੀਪੀਸੀ ਦੇ ਵਿੱਚ, ਪਰ ਉਸ ਤੋਂ ਪਹਿਲਾਂ ਪਰਵਿੰਦਰ ਸਿੰਘ ਝੋਟਾ ਫੇਸਬੁੱਕ ਤੇ ਬਹੁਤ ਫੇਮਸ ਹੈ ਨੌਜਵਾਨ, ਜਿਹੜਾ ਬਾਰ-ਬਾਰ ਅਲੱਗ-ਅਲੱਗ ਥਾਂ ਤੇ ਜਾ ਕੇ ਪਿੰਡਾਂ 'ਚ ਜਾ ਕੇ ਨੌਜਵਾਨਾਂ ਨੂੰ ਨਸ਼ੇ ਵਾਸਤੇ ਅਵੇਅਰ ਕਰਦਾ ਕਿ ਨਸ਼ਾ ਛੱਡੋ। ਨਸ਼ਾ ਤਸਕਰ ਜਿੰਨੇ ਹੈਗੇ ਨੇ ਆਪ ਫੜ ਕੇ ਪੁਲਿਸ ਅਤੇ ਪ੍ਰਸ਼ਾਸਨ ਦੇ ਸਾਹਮਣੇ ਫੇਸਬੁੱਕ ਤੇ ਲਾਈਵ ਹੋ ਕੇ ਦਿਖਾਉਂਦਾ ਹੈ ਕਿ ਕਿੱਦਾਂ ਨਸ਼ਾ ਵੇਚਿਆ ਜਾਂਦਾ। ਤੇ ਆਹ ਬੀਤੇ ਦਿਨ ਵੀ ਕੱਲ੍ਹ ਵੀ ਇੱਕ ਮੈਡੀਕਲ ਸਟੋਰ ਦੀ ਦੁਕਾਨ ਦੇ ਉੱਤੇ ਸ਼ਰੇਆਮ ਜਿਹੜਾ ਕੈਪਸੂਲਸ ਵੇਚ ਰਿਹਾ ਸੀ ਉਸ ਨੂੰ ਇਸਨੇ ਸੜਕ ਉੱਤੇ ਲਿਆਂਦਾ ਅਤੇ ਪ੍ਰਤੱਖ ਦਿਖਾਇਆ ਵੀ ਕਿ ਕਿੱਦਾਂ ਇਹ ਛੋਟੇ ਬੱਚਿਆਂ ਨੂੰ ਨਸ਼ੇ ਦੀਆਂ ਗੋਲੀਆਂ ਵੇਚ ਰਿਹਾ ਹੈ। ਪਰ ਲੋਕਾਂ ਦੇ ਦਿਲ ਨੂੰ ਢਾਹ ਲੱਗੀ ਜਦੋਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ। ਫਿਰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਪੁਲਿਸ ਅਤੇ ਪ੍ਰਸ਼ਾਸਨ ਦਾ ਜਿਹੜਾ ਕੰਮ ਹੈ, ਪੁਲਿਸ ਅਤੇ ਪ੍ਰਸ਼ਾਸਨ ਦਾ ਜੋ ਕੰਮ ਇਹ ਨੌਜਵਾਨ ਕਰ ਰਿਹਾ ਹੈ, ਉਸ ਵਾਸਤੇ ਅਗਰ ਕਿਤੇ ਵੀ ਇਹ ਇਲੀਗਲ ਚੱਲਦਾ ਵੀ ਹੈ ਤਾਂ ਇਸ ਨੂੰ ਸਮਝਾਉਣਾ ਬਣਦਾ ਹੈ। ਪਰ ਜਦੋਂ ਪੁਲਿਸ ਜਿਹੜੇ ਨਸ਼ੇ ਦੇ ਵਿਰੁੱਧ ਮੁਹਿੰਮ ਵਿੱਢੀ ਬੈਠੇ ਨੇ, ਕਾਰਵਾਈ ਕਰ ਰਹੇ ਨੇ, ਅਜਿਹਿਆਂ ਨੂੰ ਜੱਗ ਜ਼ਾਹਿਰ ਕਰ ਰਹੇ ਨੇ, ਤੁਸੀਂ ਅਰੈਸਟ ਕਰਕੇ ਉਹਨਾਂ ਨੂੰ ਹੱਥਕੜੀਆਂ ਲਾ ਕੇ ਲੈ ਕੇ ਜਾਂਦੇ ਹੋ ਤਾਂ ਫਿਰ ਲੋਕਾਂ ਦਾ ਭਰੋਸਾ ਪੁਲਿਸ ਅਤੇ ਪ੍ਰਸ਼ਾਸਨ ਤੋਂ ਵੀ ਉੱਠਦਾ ਹੈ। ਅਸੀਂ ਕਿਸੇ ਦੇ ਵਿਰੁੱਧ ਨਹੀਂ ਹਾਂ, ਪਰ ਹਾਂ ਇੰਨੀ ਬੇਨਤੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਮੈਂ ਜ਼ਰੂਰ ਕਰਨਾ ਚਾਹਾਂਗਾ ਵੀ ਨਸ਼ੇ ਦੇ ਨਾਲ ਬੀਤੇ 3 ਦਿਨਾਂ ਦੇ ਵਿੱਚ ਹੀ 6 ਨੌਜਵਾਨ ਮੁੰਡੇ ਮਰੇ ਨੇ, 12 ਸਾਲ ਤੋਂ ਲੈ ਕੇ 26 ਸਾਲ ਤੱਕ ਦੇ। ਇੱਕ ਪਰਿਵਾਰ ਦੇ 3 ਨੌਜਵਾਨ ਬੱਚੇ ਨਸ਼ੇ ਦੀ ਭੇਟ ਚੜੇ ਨੇ। ਉਹ ਮਾਮਾ ਵੀ ਕੀਰਨੇ ਪਾਉਂਦੀਆਂ ਨੇ ਪੱਟਾਂ ਦੇ ਹੱਥ ਫੇਰ। ਪੁਲਿਸ ਪ੍ਰਸ਼ਾਸਨ ਵਾਲਿਓ, ਬੇਨਤੀ ਹੈ ਵੀ ਘੱਟੋ ਘੱਟ ਜੋ ਨੌਜਵਾਨ ਨਸ਼ੇੜੀਆਂ ਨੂੰ ਜਾਂ ਨਸ਼ਾ ਤਸਕਰਾਂ ਨੂੰ ਸਾਹਮਣੇ ਨਸ਼ਰ ਕਰਦੇ ਨੇ, ਜੇ ਉਹਨਾਂ ਤੋਂ ਕੋਈ ਗਲਤੀ ਹੁੰਦੀ ਵੀ ਹੈ ਤਾਂ ਬੁਲਾ ਕੇ ਬਿਠਾ ਕੇ ਸਮਝਾਓ। ਪਰ ਇੱਦਾਂ ਨਾ ਕਰੋ ਕਿ ਘਰਾਂ ਨੂੰ ਜਾ ਕੇ ਘੇਰਾ ਪਾ ਕੇ ਤੇ ਉੱਥੋਂ ਚੱਕ ਕੇ ਲੈ ਕੇ ਆਓ। ਕੱਲ੍ਹ ਨੂੰ ਕਿਸੇ ਨੇ ਜ਼ੁਬਾਨ ਨਹੀਂ ਖੋਲ੍ਹਣੀ ਵੀ ਉਹ ਨਸ਼ਾ ਤਸਕਰ ਹੈ। ਜੀ ਉਹ ਨਸ਼ਾ ਤਸਕਰੀ ਕਰਦਾ ਹੈ, ਉਹਨੇ ਨੌਜਵਾਨ ਪੁੱਤ ਮਾਰੇ ਨੇ। ਇਸ ਤੋਂ ਇਲਾਵਾ ਅਗਰ ਹੜ੍ਹਾਂ ਦੀ ਗੱਲ ਕੀਤੀ ਜਾਵੇ, ਬੇਸ਼ੱਕ ਕਈ ਇਲਾਕਿਆਂ ਦੇ ਵਿੱਚ ਪਾਣੀ ਉਤਰ ਗਿਆ ਹੈ, ਪਰ ਫਿਰ ਵੀ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ 8-8 10-10 ਫੁੱਟ ਪਾਣੀ ਹੈ ਅਤੇ ਰੈਸਕਿਊ ਟੀਮਸ ਅਜੇ ਵੀ ਲੱਗੀਆਂ ਹੋਈਆਂ ਨੇ। ਹੋਰ ਤਾਂ ਮੈਨੂੰ ਕੋਈ ਜ਼ਿਆਦਾ ਦਿਖਾਈ ਨਹੀਂ ਦਿੱਤੀ, ਪਰ ਹਾਂ ਭਾਈ ਮਨਜੋਤ ਸਿੰਘ ਤਲਵੰਡੀ, ਬਾਬਾ ਦੀਪ ਸਿੰਘ ਸੇਵਾ ਦਲ ਸਾਰਾ ਦਾ ਸਾਰਾ ਜੁਟਿਆ ਹੋਇਆ ਹੈ ਆਪਣੀਆਂ ਬੋਟਸ ਲੈ ਕੇ, ਆਪਣੀਆਂ ਕਿਸ਼ਤੀਆਂ ਲੈ ਕੇ ਪਿੰਡਾਂ ਦੇ ਵਿੱਚੋਂ ਧੀਆਂ ਭੈਣਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਕੱਢਣ ਵਾਸਤੇ ਬਾਹਰ। ਉੱਥੇ ਹੀ ਐਸਜੀਪੀਸੀ ਦੀ ਗੱਲ ਕਰੀਏ ਤਾਂ ਬਸ ਉਹ ਲੰਗਰਾਂ ਤੱਕ ਹੀ ਸੀਮਿਤ ਨੇ, ਵੋਟਾਂ ਲੈ ਕੇ ਪਾਣੀ 'ਚ ਉਤਰਨਾ ਤਾਂ ਇਹਨਾਂ ਵਾਸਤੇ ਬਹੁਤ ਦੂਰ ਦੀ ਗੱਲ ਹੈ। ਖੈਰ ਆਓ ਜੀ ਐਸਜੀਪੀਸੀ ਤੇ ਆਨੇ ਤੇ ਸ਼ੁਰੂਆਤ ਕਰਦੇ ਹਾਂ ਪੀਟੀਸੀ ਚੈਨਲ ਤੋਂ ਗੁਰਬਾਣੀ ਦੇ ਜਿਹੜੇ ਅਧਿਕਾਰ ਲਿੱਤੇ ਗਏ ਨੇ। ਹੁਣ ਬੀਤੇ ਦਿਨ ਹੀ ਧਾਮੀ ਸਾਹਿਬ ਨੇ ਬੜਾ ਹਿੱਕ ਠੋਕ ਕੇ ਕਿਹਾ ਸੀ ਕਿ ਹਾਂਜੀ YouTube ਚੈਨਲ ਅਸੀਂ ਸ਼ੁਰੂ ਕਰ ਰਹੇ ਹਾਂ, ਗੁਰਬਾਣੀ ਦੇ ਅਧਿਕਾਰ ਕਿਸੇ ਹੋਰ ਨੂੰ ਨਹੀਂ ਦਿੱਤੇ ਜਾਣਗੇ। ਤੇ ਹੁਣ ਪਤਾ ਲੱਗਿਆ ਕਿ ਪੀਟੀਸੀ ਤੋਂ ਲੈ ਕੇ ਚੈਨਲ ਹੈਗਾ ਇਹ CTO ਕੰਪਨੀ ਹੈ ਜੀ ਹਰਸਿਮਰਤ ਕੌਰ ਬਾਦਲ ਦੀ, ਉਸ ਨੂੰ ਅਧਿਕਾਰ ਗੁਰਬਾਣੀ ਦੇ ਦੇਣ ਦੀਆਂ ਇਹ ਤਿਆਰੀਆਂ 'ਚ ਨੇ ਜਾਂ ਦੇ ਦਿੱਤੇ ਨੇ। ਇਹ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਹੈ, ਉੱਥੋਂ ਸਾਨੂੰ ਪਤਾ ਲੱਗਿਆ ਕਿ ਅੰਦਰ ਖਾਤੇ ਚੱਲ ਕੀ ਰਿਹਾ ਆ। ਹੁਣ ਧਾਮੀ ਸਾਹਿਬ ਮੈਨੂੰ ਦੱਸੋ, ਸਿੱਖ ਪੰਥ ਦੀ ਜ਼ਿੰਮੇਵਾਰੀ ਕਿੱਥੇ ਹੈ? ਸਿੱਖ ਕੌਮ ਦੀ ਨੁਮਾਇੰਦਾ ਜਮਾਤ ਪਹਿਲਾਂ ਬਹੁਤ ਜੁੱਤੀਆਂ ਖਾ ਚੁੱਕੀ ਹੈ, ਹੁਣ ਹੋਰ ਖਾਣੀਆਂ ਨੇ। ਮਤਲਬ ਇੰਨੇ ਬੇਸ਼ਰਮ ਹੋ ਗਏ। ਇੰਨਾ ਧਿਆਨ ਜੇ ਤੁਸੀਂ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਵੱਲ ਲਾਇਆ ਹੁੰਦਾ ਨਾ, ਜਿੰਨਾ ਧਿਆਨ ਤੁਸੀਂ ਬਾਦਲ ਟੋਲੇ ਵੱਲ ਲਾਇਆ ਵੀ ਉਹਨਾਂ ਨੂੰ ਅਸੀਂ ਕਿੱਦਾਂ ਗੋਲਕਾਂ, ਮਤਲਬ ਕਿੱਦਾਂ ਉਸ ਘਰ 'ਚ ਪਲਟੀਏ, ਆਏ ਦਿਨ ਨਵੇਂ ਢੰਗ ਤਰੀਕੇ ਲੱਭਦੇ ਰਹਿੰਦੇ ਹੋ। ਹੱਦ ਹੋ ਗਈ ਹੈ ਧਾਮੀ ਸਾਹਿਬ, ਹੱਦ। ਮਤਲਬ ਇੱਕ ਤਾਂ ਹੁੰਦਾ ਨਾ ਕਿ ਬੰਦੇ ਨੂੰ ਥੋੜਾ ਬਹੁਤਾ ਕੋਈ ਜ਼ਲੀਲ ਕਰਦੇ, ਥੋੜਾ ਜਿਹਾ ਬੇਸ਼ਰਮ ਹੋ ਜਾਂਦਾ ਵੀ ਚੱਲ ਛੱਡ ਯਾਰ ਬਹੁਤ ਸੁਣਦੀ ਆ, ਹੁਣ ਕਾਹਨੂੰ ਅਸੀਂ ਇਹ ਹਰਕਤ ਕਰਨੀ ਹੈ। ਤੁਹਾਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਤੁਸੀਂ ਤਾਂ ਮਤਲਬ ਉਸ ਲੈਵਲ ਤੱਕ ਥੱਲੇ ਡਿੱਗ ਚੁੱਕੇ ਹੋ ਵੀ ਤੁਹਾਨੂੰ ਕੋਈ ਸਾਹਮਣੇ ਜਿੰਨਾ ਮਰਜ਼ੀ ਜ਼ਲੀਲ ਕਰਦਾ ਰਹੇ, ਤੁਸੀਂ ਕਰਤੂਤਾਂ ਹਰਕਤਾਂ ਉਹੀ ਕਰਨੀਆਂ ਨੇ ਜਿਹੜੀਆਂ ਉਹਨਾਂ ਨੂੰ ਫਾਇਦਾ ਪਹੁੰਚਾਉਂਦੀਆਂ ਨੇ। ਮਤਲਬ ਕੀ ਗਲ 'ਚ ਫਾਹਾ ਪਾ ਕੇ ਉਹਨਾਂ ਨੇ ਰੱਸੀ ਹੱਥ 'ਚ ਫੜੀ ਹੈ ਤੁਹਾਡੀ? ਬੋਲੋ ਕਿ ਅਸੀਂ ਖਿੱਚ ਕੇ ਟੰਗ ਦੇਣਾ, ਤੈਨੂੰ ਆਹ ਕੰਮ ਕਰਨਾ ਹੀ ਕਰਨਾ, ਚਾਹੇ ਜੁੱਤੀਆਂ ਪੈਣ ਚਾਹੇ ਗਾਲਾਂ ਖਾਵੇਂ। ਫਿਰ ਦੇਖ ਲਓ, ਅਗਰ ਸਿਆਸੀ ਧਿਰਾਂ ਦੇ ਹੱਥ ਠੋਕੇ ਬਣ ਕੇ ਚੱਲਣਾ ਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੀਆਂ ਜਨਰੇਸ਼ਨਸ ਦੇ ਵਿੱਚ ਧਾਮੀ ਦਾ ਨਾਮ ਕਾਲੇ ਅੱਖਰਾਂ 'ਚ ਲਿਖਿਆ ਜਾਣਾ ਆ। ਹੁਣ ਤਾਂ ਮੇਰਾ ਜੀ ਨਹੀਂ ਕਰਦਾ ਕਿ ਸਾਹਬ ਵੀ ਲਵਾਂ ਨਾਲ। ਬੜੇ ਲੋਕ ਮੈਨੂੰ ਕਹਿੰਦੇ ਸੀ ਸਿੱਧਾ ਧਾਮੀ ਕਿਹਾ ਕਰ, ਪਰ ਨਹੀਂ, ਜੋ ਮਰਜ਼ੀ ਤੁਹਾਡੇ ਕਰਮ ਤੁਹਾਡੇ ਤੱਕ ਨੇ। ਸਾਡੇ ਮਾਪਿਆਂ ਨੇ ਵੱਡਿਆਂ ਦੀ ਇੱਜ਼ਤ ਕਰਨਾ ਸਿਖਾਇਆ ਆ, ਮੇਰੇ ਪਿਓ ਦੀ ਉਮਰ ਦੇ ਹੋ ਤੁਸੀਂ। ਪਰ ਫਿਰ ਵੀ ਕਹਿੰਦਾ ਆ ਸ਼ਰਮ ਕਰੋ, ਕੁਝ ਸ਼ਰਮ ਨੂੰ ਹੱਥ ਮਾਰੋ। ਕਿਉਂ ਗੁਰੂ ਘਰ ਦਾ ਮੱਥਾ ਲਾਇਆ ਤੁਸੀਂ? ਕਿਉਂ ਗੁਰੂ ਰਾਮਦਾਸ ਦੇ ਦਰ ਦਾ ਮੱਥਾ ਲਾਇਆ ਤੁਸੀਂ? ਗੁਰਬਾਣੀ ਪ੍ਰਸਾਰਣ, ਕਰੋੜਾਂ ਦੀ ਅਰਬਾਂ ਦੀ ਅਗਰ ਕਮਾਈ ਆਉਂਦੀ ਹੈ ਤਾਂ ਉਹ ਇੱਕੋ ਹੀ ਥਾਂ ਤੇ ਡੋਲਣੀ ਹੈ। ਆਪ ਕਮਾਓ। ਤੁਸੀਂ ਆਪ ਕਿੱਥੋਂ ਕਮਾ ਲਓਗੇ?
1.25 ਕਰੋੜ ਦੀ ਕਮਾਈ ਜਿਹੜੀ ਗੁਰੂ ਘਰ ਦੀ ਹੈਗੀ ਆ ਦਰਬਾਰ ਸਾਹਿਬ ਦੀ, ਉਹ ਤਾਂ ਤੁਸੀਂ ਆਏ ਦਿਨ ਉਧਰ ਲੁਟਾਈ ਜਾਂਦੇ ਹੋ। ਫਿਰ ਚਾਹੇ 1 ਕਰੋੜ ਵਾਲਾ ਸੀਏ ਲਾ ਲਓ, ਚਾਹੇ ਸੀਏ ਨੂੰ ਆਪਣੇ ਮਤਲਬ 40-50 ਹਜ਼ਾਰ ਰੁਪਏ ਤਨਖਾਹ ਦੇ ਕੇ 20-25 ਬੰਦੇ ਵੀ ਦੇਣੇ ਪੈਂਦੇ ਹੋਣ, ਤਨਖਾਹਾਂ ਉਹਨਾਂ ਦੇ ਬੰਦਿਆਂ ਦੀਆਂ ਗੁਰੂ ਘਰ ਦੀਆਂ ਗੋਲਕਾਂ ਜਾਂਦੀਆਂ ਨੇ, ਤੇ ਉਹ ਵੀ ਜਾ ਰਿਹਾ ਗੁਰੂ ਘਰ ਦੀ ਗੋਲਕ 'ਚ। 1 ਕਰੋੜ ਰੁਪਇਆ ਸੀਏ ਨੂੰ ਵੀ ਜਾ ਰਿਹਾ ਗੁਰੂ ਘਰ ਦੀ ਗੋਲਕ, ਤੇ ਅਰਬਾਂ ਰੁਪਈਆ ਉਹ ਠੇਕੇ ਦੇ ਕੇ ਵੀ ਕਮਾ ਰਿਹਾ ਗੁਰੂ ਘਰ ਦੀ ਗੋਲਕ 'ਚੋਂ, ਤੇ ਉਸ ਤੋਂ ਬਾਅਦ ਬਾਇਜ਼ਤ ਬਰੀ ਹੋ ਕੇ ਆਪਣੇ ਐਸ਼ੋ ਆਰਾਮ ਦੀ ਜ਼ਿੰਦਗੀ ਵੀ ਜੀ ਰਿਹਾ। ਤੇ ਜਿਹੜਾ ਕੇਸ ਕੀਤਾ 7.5 ਕਰੋੜ ਵਾਪਸ ਲੈਣ ਵਾਸਤੇ, ਉਹ ਜੁਡੀਸ਼ੀਅਲ ਕੋਰਟ 'ਚ ਕਰਤਾ ਮੂੰਹ ਚੱਕ ਕੇ, ਹੈਨਾ। ਬਾਜ ਵਾਲਾ ਕੇਸ ਹਾਈ ਕੋਰਟ 'ਚ, ਉੱਤੇ ਵੀ 45 ਲੱਖ ਠੋਕਤੇ। ਸ਼ਰਮ ਤਾਂ ਨਹੀਂ ਆਂਦੀ? ਆਂਦੀ ਹੈ ਭੋਰਾ ਸ਼ਰਮ? ਕਿਸੇ ਛੋਟੇ ਜਿਹੇ ਬੱਚੇ ਨੂੰ ਵੀ ਸਮਝਾ ਦਾਂਗੇ ਨਾ ਕਿ ਆਹ ਮੈਥਮੈਟਿਕਸ ਆ, ਸ਼੍ਰੋਮਣੀ ਕਮੇਟੀ ਨੇ ਆਹ ਕੀਤਾ, ਬੱਚਾ ਵੀ ਕਹਿ ਦੂਗਾ ਬੇਵਕੂਫਾਂ ਦੀ ਜਮਾਤ ਆ, ਜਾਂ ਇਹ ਬੰਦਵਾ ਮਜ਼ਦੂਰ ਨੇ ਜਾਂ ਗੁਲਾਮ ਨੇ। ਪਰ ਤੁਹਾਡਾ ਕੁਝ ਸਮਝ ਹੀ ਨਹੀਂ ਆਉਂਦਾ, ਤੁਸੀਂ ਕਿਹੜੇ ਪਾਸੇ ਨੂੰ ਤੁਰੇ ਹੋ, ਕੀ ਕਰਦੇ ਹੋ ਕੀ ਨਹੀਂ ਕਰਦੇ। ਖੈਰ, ਮੈਨੂੰ ਮਤਲਬ ਜਿਹੜੇ ਤੁਸੀਂ ਨੋਟਿਸ ਭੇਜੇ ਆ ਉਹਦਾ ਮੈਂ ਬਾਅਦ 'ਚ ਦੇਖਿਆ, ਬਹੁਤ ਸਾਰੇ ਬੰਦੇ ਅਜਿਹੇ ਨੇ ਜਿਹੜੇ ਆਪ ਹੀ ਕਰਪਟ ਹੋਈ ਬੈਠੇ ਆ। ਚਲੋ, ਹਰਜਾਪ ਸਿੰਘ ਬਾਰੇ ਕੱਲ ਗੱਲ ਕੀਤੀ ਸੀਗੀ। ਅਟਾਰੀ ਸਾਹਿਬ ਸੁਲਤਾਨਵਿੰਡ ਦੀ ਜ਼ਮੀਨ ਤੇ ਕਬਜ਼ਾ ਕਰ ਕੱਟੇ ਪਲਾਟ ਦਰਸ਼ਨ ਸਿੰਘ ਦੇ ਨਾਮ ਤੇ ਇਹ ਜ਼ਮੀਨ ਬੋਲਦੀ ਹੈ, ਜੋ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਹੈ। ਕੌਣ ਇਹ? ਹਰਜਾਪ ਸਿੰਘ, ਹਰਜਿੰਦਰ, ਰੂਬੀ, ਰਵਿੰਦਰ ਸਿੰਘ ਅਤੇ ਮਹਿਤਾ, ਇਹਨਾਂ ਨੇ ਇਹ ਕਰਤੂਤ ਕੀਤੀ ਹੈ, ਜਿਸ ਦੇ ਬਾਰੇ ਤੁਹਾਨੂੰ ਦੱਸਿਆ ਵੀ ਗਿਆ। ਬੜੀਆਂ ਅਖਬਾਰਾਂ ਦੇ ਵਿੱਚ ਵੀ ਐ, ਸਿੱਖ ਜਥੇਬੰਦੀਆਂ ਨੇ ਵੀ ਆਬਜੈਕਸ਼ਨ ਕੀਤੀ, ਪਰ ਨਾ ਜੀ, ਸਾਡਾ ਮੈਂਬਰ ਆ, ਅਸੀਂ ਕਿੱਦਾਂ ਇਹਦੇ ਖਿਲਾਫ ਬੋਲ ਦਈਏ? ਅਸੀਂ ਕਿਉਂ ਬੋਲੀਏ ਜੀ? ਅਸੀਂ ਤਾਂ 1925 ਐਕਟ ਦੀਆਂ ਦੁਹਾਈਆਂ ਸਿਰਫ ਜਨਤਾ ਵਾਸਤੇ ਦੇਣੀਆਂ ਨੇ, ਭਗਵੰਤ ਮਾਨ ਵਾਸਤੇ ਦੇਣੀਆਂ ਨੇ, ਸੈਣੀ ਵਾਸਤੇ ਦੇਣੀਆਂ। ਨੋਟਿਸ ਦੇ ਵਿੱਚ ਲਿਖ ਕੇ 1925 ਐਕਟ। ਸਾਡੇ ਆਪਣੇ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਵਾਸਤੇ ਤਾਂ ਇਹ ਐਕਟ ਕਿਤੇ ਐਗਜ਼ਿਸਟ ਹੀ ਨਹੀਂ ਕਰਦਾ। ਐਕਟ ਦੇ ਵਿੱਚ ਹੀ ਲਿਖਿਆ ਹੈ ਨਾ, ਕੋਈ ਵੀ ਐਸਜੀਪੀਸੀ ਦਾ ਅਧਿਕਾਰੀ, ਇੰਪਲੋਈ, ਮੈਂਬਰ ਐਸਜੀਪੀਸੀ ਦੀਆਂ ਜ਼ਮੀਨਾਂ ਪਟੇ ਤੇ ਨਹੀਂ ਲੈ ਸਕਦਾ, ਠੇਕੇ ਤੇ ਨਹੀਂ ਲੈ ਸਕਦਾ, ਇੱਕ ਤੋਂ ਵੱਧ ਮੈਂਬਰ ਨਹੀਂ ਹੋ ਸਕਦੇ। ਪਰ ਤੁਸੀਂ ਇਹਨਾਂ ਸਾਰੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ। ਫੇਰ ਕਿਹੜੇ ਹਿਸਾਬ ਨਾਲ ਤੁਸੀਂ ਐਕਟ ਚੱਕ ਦਿਖਾਉਂਦੇ ਹੋ? ਫੇਰ ਕਿਹੜੇ ਹਿਸਾਬ ਨਾਲ ਅੱਡੀਆਂ ਚੱਕ ਕੇ ਕਹਿੰਦੇ ਹੋ ਕਿ ਭਗਵੰਤ ਮਾਨ ਨੇ ਇੰਟਰਫੇਅਰ ਕਰਤਾ? ਇੰਟਰਫੇਅਰ ਤਾਂ ਸਭ ਤੋਂ ਪਹਿਲਾਂ ਤੁਸੀਂ ਸ਼ੁਰੂ ਕੀਤਾ। ਉਸ ਦੇ ਵਿੱਚ ਧੱਜੀਆਂ ਤਾਂ 1925 ਐਕਟ ਦੀਆਂ ਤੁਸੀਂ ਸਭ ਤੋਂ ਪਹਿਲਾਂ ਉਡਾਣੀਆਂ ਸ਼ੁਰੂ ਕੀਤੀਆਂ ਨੇ। ਦੱਸੋ, ਜਵਾਬ ਹੈ ਕੋਈ? ਪਤਾ ਨਹੀਂ ਕਿੱਦਾਂ ਹਿੰਮਤ ਹੋ ਜਾਂਦੀ ਹੈ ਤੁਹਾਡੀ ਪ੍ਰੈਸ ਕਾਨਫਰੰਸਿਸ ਕਰਨ ਦੀ। ਦਸਤਾਰਾ ਸਜਾ ਕੇ, ਗਾਤਰੇ ਚੋਲੇ ਪਾ ਕੇ, ਦਾੜੇ ਨੂੰ ਹੱਥ ਮਾਰ ਕੇ ਆ ਕੇ ਪੁੱਛ ਮੀਡੀਆ ਦੇ ਸਾਹਮਣੇ, ਹਾਂਜੀ ਇਹ ਜੀ, ਹਾਂਜੀ ਉਹ ਜੀ, ਅਸੀਂ ਆਹ ਕਰਾਂਗੇ ਜੀ, ਆਹ ਕਰਾਂਗੇ, ਸਿੱਖ ਕੌਮ ਵਾਸਤੇ ਆਹ ਕਰ ਰਹੇ ਹਾਂ। ਠੱਠੇ ਖੂਹ 'ਚ ਜਾਓ ਸਾਰੇ ਦੇ ਸਾਰੇ, ਜੋ ਇੰਨਾ ਝੂਠ ਬੋਲਦੇ ਹੋ ਗੁਰੂ ਰਾਮਦਾਸ ਦੇ ਦਰ ਤੇ ਬੈਠ ਕੇ। ਥੋੜੀ ਜਿਹੀ ਤਾਂ ਸ਼ਰਮ ਕਰੋ, ਥੋੜੀ ਬਹੁਤੀ। ਖੜ ਜੋ, ਹੋਰ ਕਰਤੂਤਾਂ ਦੱਸਦੇ ਆ ਤੁਹਾਡੇ ਇਹਨਾਂ ਬੰਦਿਆਂ ਦੀਆਂ ਹੀ। ਇੱਕ ਹੋਰ ਸਕੈਂਡਲ, ਅੰਤਰਯਾਮੀ ਕਲੋਨੀ ਅੰਮ੍ਰਿਤਸਰ, 58 ਕਨਾਲ 5 ਮਰਲੇ ਦੀ ਜ਼ਮੀਨ, ਖਸਰਾ ਨੰਬਰ 1476 ਤੋਂ 1485 ਹੈ ਅਤੇ 31/12/86 ਨੂੰ 99 ਸਾਲਾ ਲੀਜ਼ ਤੇ ਇਹ ਬਾਬਾ ਮੰਗਲ ਸਿੰਘ ਦੇ ਨਾਮ ਤੁਹਾਡੀ ਹੀ ਲੋਕਲ ਕਮੇਟੀ ਨੇ ਕੀਤੀ ਸੀ, ਜਿੱਥੇ ਵੱਖ-ਵੱਖ ਕਲੋਨੀਆਂ, ਸਕੂਲ, ਕਾਲਜ ਅਤੇ ਕਈ ਲੋਕਾਂ ਦੀਆਂ ਮਤਲਬ ਦੁਕਾਨਦਾਰੀਆਂ ਵੀ ਚੱਲਦੀਆਂ ਨੇ ਉੱਥੇ। ਪਰ ਤੁਹਾਡੇ ਘਟੀਆ ਬੰਦਿਆਂ ਨੇ ਉੱਥੇ ਜਾ ਕੇ ਲੋਕਾਂ ਨੂੰ ਧਮਕਾਉਣਾ ਸ਼ੁਰੂ ਕੀਤਾ, ਡਰਾਉਣਾ ਸ਼ੁਰੂ ਕੀਤਾ। ਉੱਥੇ ਜ਼ਮੀਨ ਦਾ ਜਿਹੜਾ ਰੇਟ ਹੈਗਾ 35 ਤੋਂ 40 ਹਜ਼ਾਰ ਰੁਪਏ ਗਜ ਹੈ, ਤੇ ਤੁਹਾਡੇ ਬੰਦਿਆਂ ਨੇ ਬਿੱਲ ਨੇ ਜੀ 1800 ਰੁਪਏ ਗਜ ਦੇ ਹਿਸਾਬ ਦੇ ਨਾਲ ਪਰਚੀਆਂ ਕੱਟੀਆਂ, ਗਜ ਦੇ ਹਿਸਾਬ ਦੇ ਨਾਲ। ਸਮਝਦੇ ਹੋ ਇਸ ਚੀਜ਼ ਨੂੰ? ਨਾਮ ਚਾਹੀਦੇ ਨੇ ਉਹਨਾਂ ਬੰਦਿਆਂ ਦੇ, ਰਵਿੰਦਰ ਸਿੰਘ ਅਤੇ ਸਰਹਾਲੀ। ਹੁਣ ਸੰਗਤ ਜੀ ਸੋਚੋ, 40,000 ਰੁਪਏ ਗਜ ਨੂੰ, ਜਿੱਥੇ 35-40,000 ਰੁਪਏ ਗਜ ਨੂੰ ਜ਼ਮੀਨ ਆ, ਜ਼ਮੀਨ ਲੋਕਾਂ ਨੂੰ ਮਤਲਬ ਪਲਾਟ ਕੱਟ ਕੇ ਪਹਿਲਾਂ ਦੇ ਦਿੱਤੀ ਗਈ। ਉਸ ਤੋਂ ਬਾਅਦ ਕਿਹਾ ਗਿਆ ਵੀ ਰਜਿਸਟਰੀ ਹੋ ਜੂਗੀ ਜਾਂ ਵਟ ਐਵਰ, ਉਹਨਾਂ ਨੂੰ ਜਿਹੜੇ ਮਰਜ਼ੀ ਇਹਨਾਂ ਨੇ ਮਤਲਬ ਕੰਜਰਖਾਨੇ ਦੇ ਵਿੱਚ ਉਲਝਾਇਆ। ਹੁਣ ਉੱਥੇ ਡਰਾ ਧਮਕਾ ਕੇ ਕਿ ਨਹੀਂ ਜੀ ਅਸੀਂ ਜ਼ਮੀਨ ਵਾਪਸ ਹੋ ਜਾਣੀ ਆ, ਇਹ ਹੋ ਜਾਣੀ ਆ, ਉਹ ਹੋ ਜਾਣੀ ਆ। 99 ਸਾਲਾ ਲੀਜ਼ ਜਿਹੜੀ ਉਹਨਾਂ ਕੋਲ ਹੈਗੀ ਆ, ਉਹ ਮਤਲਬ ਲਾਸਟ ਦੇ ਵਿੱਚ ਜਿਹੜੇ ਬਿੱਲ ਕੱਟ ਕੇ ਦਿੱਤੇ ਗਏ ਆ 35 ਤੋਂ 40 ਹਜ਼ਾਰ ਰੁਪਏ ਗਜ ਉੱਥੇ ਜ਼ਮੀਨ ਦੀ ਕੀਮਤ ਆ, ਤੇ 1800 ਰੁਪਏ ਗਜ ਦੇ ਹਿਸਾਬ ਦੇ ਨਾਲ ਇਹ ਪਰਚੀਆਂ ਕੱਟ ਕੇ ਉਹਨਾਂ ਨੂੰ ਦੇ ਕੇ ਗਏ ਨੇ ਵੀ ਅਸੀਂ ਤੁਹਾਨੂੰ ਜ਼ਮੀਨ 1800 ਰੁਪਏ ਗਜ ਦੇ ਹਿਸਾਬ ਨਾਲ ਵੇਚੀ ਹੈ, ਪਰ ਉਧਰੋਂ ਪੈਸਾ ਪੂਰਾ ਲਿੱਤਾ। ਕਿੱਧਰ ਗਿਆ ਦੱਸੋ? ਸਮਝ ਆ ਰਹੀ ਹੈ ਇਹ ਚੀਜ਼? ਇਹ ਤੁਹਾਡੇ ਹੀ ਡਾਕੂਮੈਂਟਸ, ਤੁਹਾਡੇ ਹੀ ਕਾਗਜ਼ ਪੱਤਰ ਜਿਹੜੇ ਹੈਗੇ ਨੇ, ਪੜ੍ਹ ਕੇ ਲੋਕਾਂ ਨਾਲ ਗੱਲਾਂ ਕਰਕੇ ਜਿਹੜੇ ਮਤਲਬ ਪਿੱਟ ਚੁੱਕੇ ਨੇ, ਤੁਹਾਡੇ ਤੋਂ ਠੱਕ ਚੁੱਕੇ ਨੇ, ਜਿਹੜੇ ਪਤਾ ਨਹੀਂ ਕਿਹੜੀਆਂ ਸਕੀਮਾਂ ਲਾ ਕੇ ਉਹਨਾਂ ਨੂੰ ਉਲਝਾ ਕੇ ਵਿਚਾਰਿਆਂ ਨੂੰ ਆਪਣਾ ਉਹ ਦਾਣਾ ਪਾਣੀ ਚਲਾ ਰਹੇ ਨੇ, ਘਰ ਪਾ ਕੇ ਬੈਠੇ ਨੇ, ਸਾਰੇ ਉਮਰ ਦੀ ਖੂਨ ਪਸੀਨੇ ਦੀ ਕਮਾਈ ਲਾ ਕੇ ਉਹਨਾਂ ਨੇ ਘਰ ਬਣਾਏ ਨੇ। ਪਰ ਆਹ ਤੁਹਾਡੇ ਕੁੱਤੇ ਜਿਹੜੇ ਉੱਥੇ ਛੱਡੇ ਹੋਏ ਨੇ, ਉਹ ਬਲੈਕਮੇਲ ਕਰ ਕਰਕੇ ਦੋਨੋਂ ਪਾਸਿਓਂ ਚੂਨਾ ਲਾ ਰਹੇ। ਉਧਰੋਂ ਉਹਨਾਂ ਦਾ ਦੁਖੀ ਕੀਤਾ ਹੋਇਆ, ਇਧਰੋਂ ਅਗਰ ਪੈਸਾ ਲੈ ਵੀ ਰਹੇ ਨੇ ਤਾਂ 1800 ਰੁਪਏ ਦਿਖਾ ਕੇ ਬਾਕੀ ਅੰਡਰ ਟੇਬਲ
ਖੱਪ ਖਤਮ। ਕੋਈ ਪਤਾ ਨਹੀਂ ਕਿਸੇ ਨੂੰ ਕਿਹਨਾਂ ਦੇ ਕੋਲ ਬਿੱਲ ਨੇ, ਕਿਹਨਾਂ ਦੇ ਕੇਸ ਹੈ, ਉਹ ਵੀ ਨਾਮ ਚਾਹੀਦੇ ਨੇ, 2-4 ਦੇ ਦੱਸ ਦੇਣਾ। ਬਾਕੀ ਲਿਸਟ ਅਗਰ ਮੇਰੇ ਕੋਲ ਪਹੁੰਚਦੀ ਹੈ ਤਾਂ ਇੱਧਰਲੇ ਪਾਸੇ ਲਗਾ ਦਿੰਦਾ ਮੈਂ। ਜਿਨ੍ਹਾਂ ਤੋਂ ਪੈਸੇ ਲਿੱਤੇ, ਸਤਨਾਮ ਸਿੰਘ ਬਾਜਵਾ, ਹਰਜਿੰਦਰ ਸਿੰਘ, ਪਰਮਜੀਤ ਕੌਰ, ਗੁਰਦਿਆਲ ਸਿੰਘ। ਧਾਮੀ ਸਾਹਿਬ, ਅਦਾਲਤ ਨੂੰ ਗੁੰਮਰਾਹ ਕਰਕੇ ਕੇਸ ਪਾਉਣਾ ਚੰਗਾ ਨਹੀਂ ਹੈਗਾ। ਤੁਹਾਡੇ ਬੰਦੇ ਅਦਾਲਤਾਂ ਨੂੰ ਗੁੰਮਰਾਹ ਕਰ ਕਰਕੇ ਕੇਸ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਘਰੋਂ ਬੇਘਰ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰੀ ਜਾਏ। ਫਿਰ ਤੁਸੀਂ ਕਹਿੰਦੇ ਹੋ ਕਿ ਪ੍ਰੋਫੈਸ਼ਨਲ ਗਰੁੱਪ ਆਫ ਸਪੈਸ਼ਲ ਕ੍ਰਿਮੀਨਲਸ ਮੈਂ ਤੁਹਾਨੂੰ ਨਾ ਕਹਾਂ, ਜਾਂ ਸਪੈਸ਼ਲ ਗਰੁੱਪ ਆਫ ਪ੍ਰੋਫੈਸ਼ਨਲ ਕ੍ਰਿਮੀਨਲਸ ਮੈਂ ਤੁਹਾਨੂੰ ਨਾ ਕਹਾਂ। ਦੱਸੋ, ਲੋਕ ਘਰ ਬਣਾ ਕੇ ਬੈਠੇ ਆ, ਤੁਹਾਡੀਆਂ ਕਰਤੂਤਾਂ ਨੇ, ਤੁਹਾਡੀਆਂ। ਆ ਜਿਹੜਾ ਉੱਤੇ ਹਰਜਾਪ ਸਿੰਘ ਆ, ਮਤਲਬ ਇਹਦੀਆਂ ਕਿੰਨੇ ਚਿੱਠੇ ਦੇ ਤੁਹਾਨੂੰ ਦਿਖਾ ਦਈਏ, ਕਿੰਨੇ ਚਿੱਠੇ ਦਿਖਾ ਦਈਏ। ਤਾਂ ਮੈਂ ਤਾਂ ਬਾਅਦ ਚ ਦੇਖਿਆ ਵੀ ਆਈ ਥਿੰਕ ਜਿਹੜੇ ਮੇਰੇ ਕੋਲ ਨੋਟਿਸ ਆਇਆ ਉਹ 'ਚ ਵੀ ਹਰਜਾਪ ਸਿੰਘ ਦੇ ਸਾਈਨ ਹੈਗੇ ਨੇ, ਤੁਹਾਡੇ 3 ਮੈਂਬਰਾਂ ਦੇ ਵਿੱਚ। ਕਮਾਲ ਦੀ ਗੱਲ ਹੈ। ਹੁਣ ਤਾਂ ਲੱਗਦਾ ਇਹਦੇ ਵੀ ਦਰਸ਼ਨ ਕਰਨੇ ਹੀ ਪੈਣੇ ਨੇ। ਇੱਕ ਵਾਰ ਮਿਲਾਂਗਾ, ਜ਼ਰੂਰ ਮਿਲਾਂਗਾ, ਫਿਰ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਇਹਨਾਂ ਦਾ। ਠੀਕ ਹੈ ਜੀ, ਕਿਉਂਕਿ ਤੁਹਾਨੂੰ ਤਾਂ ਸ਼ਰਮ ਹੀ ਹੈ ਨਹੀਂ ਕਿ ਮਾਸਾ, ਤੁਸੀਂ ਸ਼ਰਮ ਵੇਚ ਖਾਦੀ ਹੈ, ਬਿਲਕੁਲ ਵੇਚ ਖਾਦੀ ਹੈ। ਤੇ ਅੱਜ ਸੰਗਤ ਜੀ 328 ਸਰੂਪਾਂ ਦੇ ਵਿੱਚ ਜਿਹੜੇ ਮੇਨ ਉਹਦੇ ਵਿੱਚ ਕਰਤਾ ਧਰਤਾ ਸੀਗੇ, ਅਕਾਊਂਟੈਂਟ ਜਿਹੜੇ ਸੀਗੇ, ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਹੈਰਾਨ ਹੋ ਜਾਓਗੇ ਵੀ 328 ਸਰੂਪਾਂ ਦੀ ਜਿਹਨੇ ਵੀ ਜਾਂਚ ਕੀਤੀ, ਜਿਹੜਾ ਹੀ ਬੰਦਾ ਸਾਹਮਣੇ ਆਇਆ, ਜਿਹਨੇ ਵੀ ਸੱਚ ਬੋਲਣ ਦੀ ਕੋਸ਼ਿਸ਼ ਕੀਤੀ, ਉਸ ਬੰਦੇ ਨੂੰ ਇਹਨਾਂ ਨੇ ਜਾਂ ਤਾਂ ਬਰਖਾਸਤ ਕਰਤਾ ਜਾਂ ਸਸਪੈਂਡ ਕਰਤਾ, ਜ਼ਬਰਦਸਤੀ ਉਹਦੇ ਹੱਥ 'ਚ ਉਹਦਾ ਪੈਸਾ ਫੜਾਇਆ ਤੇ ਉਸ ਤੋਂ ਬਾਅਦ ਉਹਨੂੰ ਘਰੇ ਪ੍ਰੀ ਰਿਟਾਇਰਮੈਂਟ ਦੇ ਕੇ ਤੋਰਤਾ। ਇਹ ਕੰਮ ਕੀਤਾ ਨਿਸ਼ਾਂਤ ਦੇ ਨਾਲ। ਹਾਂਜੀ, ਈਸ਼ਰ ਸਿੰਘ ਨੂੰ ਜਿਹਨੇ ਦੱਸਿਆ ਸੀਗਾ ਕਿ ਸਟੋਰ ਦੇ ਵਿੱਚ ਘਪਲਾ ਆ, ਇੰਨੇ ਸਰੂਪ ਉੱਥੇ ਵੱਧਦੇ ਨੇ ਤੇ ਇੱਥੇ ਇੰਨੇ ਘਟਦੇ ਨੇ, ਉਹ ਬੰਦੇ ਨੂੰ ਇਹਨਾਂ ਨੇ ਪ੍ਰੀ ਰਿਟਾਇਰਮੈਂਟ ਦਿੱਤੀ। 20 ਲੱਖ ਰੁਪਈਆ ਉਹਦਾ ਮਾਰਿਆ, 20 ਲੱਖ ਮਾਰ ਕੇ 50 ਲੱਖ ਉਹਨੂੰ ਫੜਾਇਆ ਤੇ ਕਹਿੰਦੇ ਜਾ ਹੁਣ ਤੂੰ ਦਫਾ ਹੋ, ਘਰੇ ਬਹਿ। ਉਹ ਬੰਦਾ ਵੀ ਮਤਲਬ ਮਾਨਸਿਕ ਰੋਗੀ ਹੋ ਗਿਆ ਆ, ਹਾਈਪਰਟੈਂਸ਼ਨ ਦਾ ਉਹ ਪੇਸ਼ੈਂਟ ਬਣ ਗਿਆ ਆ। ਉਹ ਕਿਸੇ ਨਾਲ ਗੱਲ ਨਹੀਂ ਕਰਦਾ, ਮੇਰੇ ਨਾਲ ਵੀ ਉਹਨੇ ਗੱਲ ਨਹੀਂ ਕੀਤੀ, ਬੜੀ ਔਖੀ 1-ਅੱਧਾ ਮਿੰਟ ਮੇਰੇ ਨਾਲ ਗੱਲ ਹੋਈ ਸੀ ਤੇ ਉਹ ਵੀ ਡਾਇਰੈਕਟ ਵੇ ਨਹੀਂ ਹੋਈ, ਇਨਡਾਇਰੈਕਟ ਵੇ ਹੋਈ ਤੇ ਮੇਰੇ ਕੋਲ ਇੰਨਾ ਕੀ ਮੈਸੇਜ ਪਹੁੰਚਿਆ ਤੇ ਮੈਂ ਚੁੱਪ ਕਰ ਗਿਆ। ਮੈਂ ਕਿਹਾ ਓਕੇ ਫਾਈਨ। ਉਸ ਤੋਂ ਬਾਅਦ ਅੱਗੇ ਆਨੇ ਆ, ਇਹਨਾਂ ਦਾ ਇੱਕ ਅਕਾਊਂਟੈਂਟ, ਉਹ ਵੀ ਮੇਨ ਆ ਉਸ ਦੇ ਵਿੱਚ, ਜਿਹੜੀ 1100 ਪੰਨਿਆਂ ਦੀ ਰਿਪੋਰਟ ਆ। ਨਾਮ ਵੀ ਦੱਸਾਂਗਾ ਉਸ ਅਕਾਊਂਟੈਂਟ ਦਾ ਅੱਗੇ ਜਾ ਕੇ। ਉਸ ਅਕਾਊਂਟੈਂਟ ਦੇ ਨਾਲ ਇਹਨਾਂ ਨੇ ਕੀ ਕੀਤਾ ਤੇ ਉਹ ਕਿਸ ਹੱਦ ਤੱਕ ਮਜਬੂਰ ਆ। ਮਤਲਬ ਇੰਨੇ ਡਰੇ ਹੋਏ ਨੇ ਲੋਕ ਜਿਹੜੇ ਇਹਨਾਂ ਨੇ ਕੱਢੇ ਨੇ ਕਿ ਜਿੱਦਾਂ ਉਹਨਾਂ ਦੇ ਸਿਰ ਤੇ ਕੋਈ ਬੰਦੂਕ ਲੈ ਕੇ ਖੜਿਆ ਹੁੰਦਾ ਆ। ਬੋਲਣ ਨੂੰ ਤਿਆਰ ਨਹੀਂ, ਐਸਜੀਪੀਸੀ ਦੇ ਖਿਲਾਫ ਮੂੰਹ ਖੋਲਣ ਨੂੰ ਤਿਆਰ ਨਹੀਂ। ਪਰ ਜਦੋਂ ਮੈਂ ਕਾਲ ਕੀਤੀ ਹੈ, ਉਹਨਾਂ ਨੂੰ ਨਹੀਂ ਸੀ ਪਤਾ ਵੀ ਕਾਲ ਮੇਰੀ ਰਿਕਾਰਡਿੰਗ ਤੇ ਹੈ। ਉਹ ਕਾਲ ਮੈਂ ਤੁਹਾਨੂੰ ਜ਼ਰੂਰ ਸੁਣਾਉਂਗਾ ਕਿ ਆਖਿਰ ਕੌਣ ਹੈ ਜਿਹੜੀ 1100 ਪੰਨਿਆਂ ਦੀ ਇਹਨਾਂ ਨੇ ਰਿਪੋਰਟ ਦਿਖਾਈ ਹੈ ਨਾ, ਉਹਦੇ ਵਿੱਚ ਮੇਨ ਕਰਤਾ ਧਰਤਾ ਅਕਾਊਂਟੈਂਟ ਇਹਨਾਂ ਦਾ। ਠੀਕ ਹੈ, ਤੇ ਉਹਦੀ ਅੱਜ ਕੀ ਹਾਲਤ ਹੈ ਤੁਸੀਂ ਉਸ ਕਾਲ ਤੋਂ ਅੰਦਾਜ਼ਾ ਲਾ ਸਕਦੇ ਹੋ। ਸ਼ਾਇਦ ਇਹਨਾਂ ਨੂੰ ਸ਼ਰਮ ਆਊਗੀ ਥੋੜੀ ਬਹੁਤੀ। ਤੇ ਹੁਣ ਇਹ ਲੱਗੇ ਹੋਣੇ ਕਵੈਤਾਂ ਨੂੰ ਵੀ ਕਿੱਦਾਂ ਜਿਹੜੇ ਕੱਢੇ ਆ ਉਹ ਸੈਣੀ ਤੱਕ ਨਾ ਪਹੁੰਚਣ। ਪਹੁੰਚ ਗਏ, ਸਾਰੇ ਪਹੁੰਚ ਗਏ ਤੁਹਾਡੇ ਤੋਂ ਦੁਖੀ ਜਿੰਨੇ ਤੁਸੀਂ ਕੱਢੇ ਆ। ਕਿਉਂਕਿ 328 ਸਰੂਪਾਂ ਦਾ ਸੰਗਤ ਜੀ ਮੈਂ ਲਿਖ ਕੇ ਦੇ ਦਿੰਦਾ ਆ, 328 ਸਰੂਪਾਂ ਵਾਲਾ ਸਿਆਪਾ ਇਹਨਾਂ ਦਾ ਕਦੇ ਮੁੱਕ ਹੀ ਨਹੀਂ ਸਕਦਾ। ਖੈਰ ਇਹ ਤੇ ਉਹਦੇ ਬਾਅਦ ਚ ਗੱਲ ਕਰਾਂਗੇ, ਆਓ ਅੱਗੇ ਚੱਲਦੇ ਆ। ਧਾਮੀ ਸਾਹਿਬ 2018 ਵਾਲੀ ਜਿਹੜੀ ਰਿਪੋਰਟ ਸੀਗੀ ਬਾਜ ਸਿੰਘ ਵਾਲੀ, ਠੀਕ ਹੈ ਜੀ, ਉਹ ਰਿਪੋਰਟ ਕਿਉਂ ਦੱਬੀ ਗਈ? ਜਵਾਬ ਦਿਓ। ਅਗਰ ਤੁਹਾਨੂੰ ਨਹੀਂ ਪਤਾ ਤਾਂ ਤੁਹਾਡੇ ਜਿਹੜਾ ਉੱਥੇ ਬੰਦਾ ਆ ਪੀਏ ਤੁਹਾਡਾ ਸੁਖਮਿੰਦਰ ਸਿੰਘ, ਉਸਨੇ ਇਹ ਰਿਪੋਰਟ ਦੱਬੀ ਸੀ। ਉਹ ਜਵਾਬ ਦੇਵੇ ਕਿ ਉਹਨੇ ਕਿਉਂ ਦੱਬੀ ਸੀ, ਉੱਤੇ ਕਿਹਦਾ ਪ੍ਰੈਸ਼ਰ ਸੀ। ਕਿਉਂਕਿ ਅਗਰ ਉਦੋਂ ਬਾਜ ਸਿੰਘ ਹੋਵੇ, ਚਾਹੇ ਕਵਲਜੀਤ ਹੋਵੇ, ਚਾਹੇ ਹੋਰ ਤੁਹਾਡੇ ਜਿਹੜੇ ਅਸਿਸਟੈਂਟ ਵਗੈਰਾ ਹੋਰ ਸੀਗੇ, ਸਕੱਤਰ ਜਿਹੜੇ ਵੀ ਉਸ ਘਪਲੇ 'ਚ ਉਦੋਂ ਸ਼ਾਮਿਲ ਸੀਗੇ, ਅਗਰ ਇਹ ਰਿਪੋਰਟ ਨਾ ਦੱਬੀ ਜਾਂਦੀ ਤਾਂ ਸ਼ਾਇਦ ਉਦੋਂ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ, 328 ਸਰੂਪਾਂ ਵਾਲਾ ਪੰਗਾ ਪੈਂਦਾ ਹੀ ਨਾ। ਪਰ ਇਹ ਰਿਪੋਰਟ ਕਿਉਂ ਦੱਬੀ ਗਈ? ਇਹ ਤੁਹਾਡਾ ਫਰਜ਼ ਬਣਦਾ ਹੈ ਹੁਣ, ਜੇ ਤੁਸੀਂ ਚੋਰਾਂ ਦੇ ਨਾਲ ਨਹੀਂ ਰਲੇ ਹੋਏ ਨਾ, ਘਪਲੇ ਵਾਲਿਆਂ ਨਾਲ ਨਹੀਂ ਰਲੇ ਹੋਏ, ਤਾਂ ਇਹ ਜਵਾਬ ਚਾਹੀਦਾ ਵੀ ਇਸ ਬੰਦੇ ਨੇ, ਪੀਏ ਸੁਖਵਿੰਦਰ ਨੇ, ਹੁਣ ਬਹੁਤ ਉੱਚੇ ਅਹੁਦੇ ਤੇ ਆ, ਇਹ ਤੁਹਾਨੂੰ ਪਤਾ ਹੀ ਹੋਊਗਾ। ਲਿੰਕ ਵੀ ਹੋ ਸਕਦਾ ਬਹੁਤ ਵੱਡੇ ਹੋਣ, ਪਰ ਹਿੰਮਤ ਕਰਕੇ ਪੁੱਛ ਲਿਓ ਰਿਪੋਰਟ ਕਿਉਂ ਦੱਬੀ ਆ। ਬਸ ਇਹ ਧਿਆਨ ਰੱਖਿਓ ਕਿਤੇ ਪ੍ਰਧਾਨਗੀ ਤੋਂ ਹੱਥ ਨਾ ਧੋ ਲਿਓ। ਠੀਕ ਹੈ ਜੀ, ਜੇ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੁਰੀ ਆਓ। ਠੀਕ ਹੈ, ਬਸ ਇਹ ਵਚਨ ਕਲਗੀਧਰ ਦੇ ਯਾਦ ਕਰ ਲਿਓ, ਪੁੱਛਣ ਦੀ ਕੋਸ਼ਿਸ਼ ਜ਼ਰੂਰ ਕਰਿਓ। ਠੀਕ ਹੈ ਜੀ। ਦੂਸਰੇ ਪਾਸੇ ਨਿਸ਼ਾਨ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਨਿਸ਼ਾਨ ਸਿੰਘ ਸਿਰਫ 3 ਮਹੀਨੇ ਸਟੋਰ ਦੇ ਵਿੱਚ ਹੋ ਰਿਹਾ ਹੈ, 3 ਮਹੀਨੇ ਸਿਰਫ। ਤੇ ਕਵਲਜੀਤ ਦੀ ਗੱਲ ਕੀਤੀ ਜਾਵੇ, ਉਹ 19 ਸਾਲ ਉੱਥੇ ਰਿਹਾ ਹੈ ਸਟੋਰ 'ਚ। ਠੀਕ ਹੈ ਰਾਮ ਸਰ। ਹੁਣ
ਨਿਸ਼ਾਂਤ ਇੰਨਾ ਕਿੰਨਾ ਕੀ ਸ਼ਾਰਪ ਸੀਗਾ ਕਿ ਉਹਨੇ 3 ਮਹੀਨੇ ਦੇ ਵਿੱਚ ਲੇਜ਼ਰਾਂ ਦੇ ਵਿੱਚ ਗਲਤੀਆਂ ਤੁਹਾਡੀਆਂ ਲੱਭ ਲਈਆਂ ਸਾਰੀਆਂ ਦੇ ਸਾਰੀਆਂ ਕਿ ਕੀ ਬੇਵਕੂਫੀਆਂ ਕੀਤੀਆਂ, ਕਿੱਥੇ ਕਿੰਨੇ ਸਰੂਪ ਘੱਟ ਨੇ, ਕਿੱਥੇ ਕਿੰਨੇ ਸਰੂਪ ਵੱਧ ਨੇ। ਤੇ ਨਿਸ਼ਾਂਤ ਤੋਂ ਇਲਾਵਾ ਜਿਹੜਾ ਕਵਲਜੀਤ ਸੀ, ਕਿਉਂ ਉਹ ਇੰਨਾ ਡਫਰ ਸੀਗਾ, ਬੇਵਕੂਫ ਸੀਗਾ, ਸਿੱਧਰਾ ਸੀਗਾ, ਜਾਂ ਕਿਸੇ ਨਾਲ ਰਲਿਆ ਹੋਇਆ ਸੀਗਾ ਜਿਹੜਾ ਦੇਖਦਾ ਹੀ ਨਹੀਂ ਸੀਗਾ ਕਿ ਅੰਦਰ ਸਰੂਪ ਕਿੰਨੇ ਪਏ ਨੇ, ਕਿੰਨੇ ਵਧੇ, ਕਿੰਨੇ ਘਟੇ। ਫਿਰ ਅਗਰ 3 ਮਹੀਨੇ ਦੇ ਵਿੱਚ ਨਿਸ਼ਾਨ ਨੇ ਸਾਰੀਆਂ ਘਪਲੇਬਾਜ਼ੀਆਂ ਗਲਤੀਆਂ ਸਾਹਮਣੇ ਖੜੀਆਂ ਕਰ ਦਿੱਤੀਆਂ, ਬਾਰ-ਬਾਰ ਉਹ ਕਹਿੰਦਾ ਰਿਹਾ, ਕੰਪਲੇਨ ਕਰਦਾ ਰਿਹਾ ਸੰਗਤ ਜੀ ਕਿ ਜਿਹੜੀ ਅੰਤਰਿਮ ਇਹਨਾਂ ਦੀ ਕਮੇਟੀ ਹੈਗੀ ਆ ਉਹਦੇ ਵਿੱਚ ਉਹ ਦਰਖਾਸਤ ਦਿੰਦਾ ਰਿਹਾ ਵੀ ਇਹਦੀ ਜਾਂਚ ਕਰੋ, ਜਾਂਚ ਕਰੋ, ਜਾਂਚ ਕਰੋ, ਜਾਂਚ ਕਰੋ ਵੀ ਇਹਦੇ ਵਿੱਚ ਘਪਲਾ ਆ। ਜਾਂਚ ਕਿਉਂ ਨਹੀਂ ਕੀਤੀ ਗਈ? ਕਿਉਂ? ਕਿਉਂਕਿ ਥੱਲਿਓਂ ਲੈ ਕੇ ਉੱਤੇ ਤੱਕ ਸਾਰੇ ਹੀ ਕਰਪਟ ਸੀਗੇ, ਸਾਰੇ ਦੇ ਸਾਰੇ ਹੀ ਗੰਦ ਭਰੇ ਸੀਗੇ। ਉਹਨਾਂ ਨੂੰ ਪਤਾ ਸੀ ਨਹੀਂ ਹੋਣਾ। ਈਸ਼ਰ ਸਿੰਘ ਨੂੰ ਜਿੰਨਾ ਕੀ ਦੱਸਿਆ ਨਿਸ਼ਾਨ ਨੇ, ਉਹਨਾਂ ਕੀ ਈਸ਼ਰ ਸਿੰਘ ਨੇ ਆਪਣੀ ਕਲਮ ਚਲਾਤੀ। ਈਸ਼ਰ ਸਿੰਘ ਅਗਰ ਉਹ ਸਹੀ ਹੁੰਦਾ, ਸਟੇਜਾਂ ਉੱਤੇ ਜਾ ਜਾ ਕੇ ਪ੍ਰਵਚਨ ਕਰਦੇ ਨੇ, ਈਸ਼ਰ ਸਿੰਘ ਜੀ ਫੋਨ ਚੱਕੋ, ਨਾਲ ਦੋ ਬੀਬੀਆਂ ਵੀ ਨੇ ਤੁਹਾਡੇ, ਕਵਲਜੀਤ ਕੌਰ ਹੋ ਗਈ, ਦੂਜੀ ਭੈਣ ਇੱਕ ਹੋਰ ਹੈ ਹਰਸਿਮਰਨ, ਪਤਾ ਨਹੀਂ ਕੌਣ ਉਹ ਹੈ ਨਾਲ ਇਹਨਾਂ ਦੇ, ਵੀ ਤੁਸੀਂ ਦੋਨੋਂ ਤਿੰਨੋਂ ਜਣੇ ਸੀਗੇ ਉਸ 'ਚ, ਦੱਸੋ ਆਹ ਸਿਆਪਾ ਜਿਹੜਾ ਇਹਨਾਂ ਨੇ ਪਾਇਆ ਹੋਇਆ 328 ਸਰੂਪਾਂ ਦਾ, ਇਹ ਪਾਰ ਕਰੀਏ। ਪਰ ਨਹੀਂ, ਇਹ ਦਾਗ ਐਸਜੀਪੀਸੀ ਉੱਤੇ ਅਜਿਹਾ ਲੱਗਿਆ ਹੈ ਸੰਗਤ ਜੀ ਜਿਹੜਾ ਇਹ ਕਦੇ ਧੋ ਹੀ ਨਹੀਂ ਸਕਦੇ। ਕਿਉਂਕਿ ਤੁਹਾਨੂੰ ਦੱਸ ਹੀ ਦਿਨਾਂ ਵਿੱਚ ਦੀ ਗੱਲ, 328 ਸਰੂਪ ਹੈ ਹੀ ਨਹੀਂ। ਉਹ ਕਿੰਨੇ ਵੱਧ ਨੇ ਜਾਂ ਕਿੰਨੇ ਘੱਟ ਨੇ ਇਹਨਾਂ ਨੂੰ ਆਪ ਹੀ ਪਤਾ ਹੀ ਨਹੀਂ। ਅੰਦਾਜ਼ੇ ਨਾਲ ਇੱਕ ਫਿਗਰ ਸੁੱਟਤੀ, ਪ੍ਰਤੱਖ ਪ੍ਰਮਾਣਾਂ ਦੇ ਨਾਲ ਦੱਸਾਂਗਾ ਐਗਜ਼ੈਕਟ ਕਿੰਨੇ ਸਰੂਪ ਸੀਗੇ। ਇਸ ਵਾਲੇ ਕਹਿੰਦੇ ਧਾਮੀ ਸਾਹਿਬ ਤੁਹਾਡੇ ਤੋਂ, ਤੁਹਾਡੀ ਐਸਜੀਪੀਸੀ ਤੋਂ ਬਾਹਰ ਬੈਠਿਆ, ਬਹੁਤ ਦੂਰ ਬੈਠਿਆ ਬੰਦਾ ਇੱਕ ਇੱਕ ਚੀਜ਼ ਤੁਹਾਨੂੰ ਦੱਸ ਰਿਹਾ ਕਿ ਅੰਦਰ ਤੁਸੀਂ ਕਿੰਨੀਆਂ ਕਿਹੜੀਆਂ ਰਿਪੋਰਟਾਂ ਦੱਬੀਆਂ ਆ। ਹੁਣ ਤਾਂ ਸ਼ਰਮ ਕਰ ਲਓ, ਹੁਣ ਤਾਂ ਬਾਹਰ ਕੱਢ ਲਓ ਉਹ ਰਿਪੋਰਟਾਂ, ਹੁਣ ਤਾਂ ਸੰਗਤ ਨੂੰ ਦਿਖਾ ਦਿਓ। ਨਹੀਂ, ਜੇ ਇੱਥੇ ਬੈਠ ਕੇ ਇੱਕ ਇੱਕ ਰਿਪੋਰਟ ਮੈਂ ਦਿਖਾਉਣ ਲੱਗ ਪਿਆ ਤਾਂ ਫਿਰ ਉਹ ਮੱਕੜ ਸਾਹਿਬ ਵਾਲੇ ਵੇਲੇ ਵਾਲੀ ਗੱਲ ਨਾ ਹੋ ਜਾਵੇ ਵੀ 15 ਸਾਲ ਜਦੋਂ ਆਡਿਟ ਨਹੀਂ ਸੀ ਹੋਇਆ ਤਾਂ ਉਹ ਸਾਰਿਆਂ ਨੂੰ ਹੱਥ ਬੰਨੀ ਮਿੰਨਤਾਂ ਕਰਦੇ ਸੀ ਵੀ ਬੰਦੇ ਲੱਭ ਕੇ 15 ਸਾਲ ਦਾ ਆਡਿਟ ਮੱਕੜ ਸਾਹਿਬ ਨੇ ਇਕੱਠਾ ਹੀ ਕਰਵਾਇਆ ਸੀ ਉਦੋਂ। ਫਿਰ ਵੀ ਨਾ ਸ਼੍ਰੋਮਣੀ ਕਮੇਟੀ ਭੰਗ ਹੋ ਜੂ, ਫਟਾਫਟ ਆਡਿਟ ਕਰੋ। ਚੇਤਾ ਕਰ ਲਿਓ ਵੀ ਟਾਈਮ, ਜੇ ਨਹੀਂ ਚੇਤਾ ਤਾਂ ਠੀਕ ਹੈ ਜੀ। ਆਹ ਹਾਲਾਤ ਤੁਹਾਡੇ ਉੱਥੇ ਹੀ ਆ ਗਏ ਆ। ਹੁਣ 12 ਤੋਂ 16 ਤੱਕ ਦਾ ਚਲੋ ਹੋਇਆ, ਸਰਕਾਰੀ ਸੀਏ ਨੇ ਕੀਤਾ, ਉਸ ਤੋਂ ਬਾਅਦ ਦਾ ਆਡਿਟ 8 ਸਾਲਾਂ ਦਾ ਹੱਲੇ ਵੀ ਪੈਂਡਿੰਗ ਆਨੇ ਉੱਤੇ ਵੀ ਆਨੇ ਆ। ਪਹਿਲਾਂ ਆਹ ਜਿਹੜੀਆਂ ਤੁਹਾਡੀਆਂ ਕਰਤੂਤਾਂ ਕੁੱਤੀਆਂ ਹੈਗੀਆਂ ਉਹ ਤਾਂ ਦੱਸ ਦਈਏ ਥੋੜੀਆਂ ਜਿਹੀਆਂ ਹੋਰ। ਤੇ ਉਹ ਵਿਚਾਰੇ ਜਿਹੜੇ ਗੁਰਸਿੱਖ ਨੇ ਸ਼ਹੀਦਾਂ ਸਾਹਿਬ ਵਾਲੇ, ਜਿਹਨਾਂ ਦੀਆਂ ਦੁਕਾਨਾਂ ਕੱਲ ਤੁਸੀਂ ਡਿਮੋਲਿਸ਼ ਕੀਤੀਆਂ, ਕੁਝ ਤਾਂ ਸ਼ਰਮ ਕਰ ਲਓ। ਵਿਚਾਰੇ ਨੇ ਆਪਣਾ ਸਾਰਾ ਕੁਝ ਗੁਰੂ ਘਰ ਦੇ ਨਾਮ ਲਾਤਾ, ਸਾਰਾ ਕੁਝ ਗੁਰੂ ਘਰ ਨੂੰ ਦੇਤਾ, ਤੇ ਤੁਸੀਂ ਉਹਨਾਂ ਦੇ ਬਦ ਤੋਂ ਬੱਤਰ ਹਾਲਾਤ ਕਰਤੇ। ਖੂਨ ਦੇ ਹੰਝੂ ਆਪਣੇ ਸਿੰਘਾਂ ਨੂੰ ਰਵਾ ਰਹੇ ਹੋ। ਯਾਰ ਕੁਛ ਤਾਂ ਧਾਮੀ ਸਾਹਿਬ, ਕੁਛ ਤਾਂ ਆਪਣੇ ਅੰਦਰ ਸਿੱਖੀ ਰੱਖੋ, ਕੁਛ ਤਾਂ ਸਿੱਖੀ ਰੱਖੋ ਆਪਣੇ ਅੰਦਰ। ਕਿਉਂ ਸਿਰਫ ਤੇ ਸਿਰਫ ਤੁਸੀਂ ਦਲਾਲ ਬਣ ਗਏ ਹੋ, ਮਤਲਬ ਸਿਆਸੀ ਧਿਰਾਂ ਦੇ? ਕਿਉਂ ਤੁਸੀਂ ਆਪਣੇ ਸਿੱਖਾਂ ਨੂੰ ਪ੍ਰਤਾੜਿਤ ਕਰਕੇ, ਮਾਰ ਕੇ, ਕੁੱਟ ਕੇ, ਲੁੱਟ ਕੇ ਦੂਜਿਆਂ ਦੇ ਘਰ ਭਰੀ ਜਾ ਰਹੇ ਹੋ? ਖੈਰ, ਹੁਣ ਆਉਂਦੇ ਆ ਜੀ ਆਡਿਟ ਤੇ। ਆਡਿਟ ਦੀ ਗੱਲ ਕਰਦੇ ਪਏ ਸੀ। ਆਡਿਟ ਸੰਗਤ ਜੀ ਇਹਨਾਂ ਤੋਂ ਕਦੇ ਹੋਇਆ ਹੀ ਨਹੀਂ। ਆਡਿਟ ਅਗਰ ਹੋਇਆ ਤੁਹਾਨੂੰ ਦੱਸ ਦਿੰਦੇ ਆ। 12-13 ਦਾ ਆਡਿਟ ਹੋਇਆ ਸੀ, 14-15 ਦਾ ਆਡਿਟ ਹੋਇਆ ਸੀ। ਉਸ ਤੋਂ ਬਾਅਦ ਆਡਿਟ 15-16 ਦਾ ਜਿਹੜਾ ਉਹ ਆਈ ਥਿੰਕ ਸਰਕਾਰੀ ਸੀਏ ਕੋਈ ਆਇਆ ਸੀਗਾ ਤੇ ਸਰਕਾਰੀ ਸੀਏ ਨੇ ਆਡਿਟ ਕੀਤਾ ਸੀ। ਪਰ ਉਸ ਤੋਂ ਬਾਅਦ 18 'ਚ ਆਡਿਟ ਹੋਇਆ, ਪਰ ਉਸ ਤੋਂ ਬਾਅਦ ਦਾ ਆਡਿਟ ਡਿਊ ਕਿਉਂ ਹੈ? ਸਭ ਤੋਂ ਵੱਡਾ ਸਵਾਲ। ਤੇ ਜਿਹੜੇ ਆਡਿਟ ਪਹਿਲਾਂ ਹੋਏ ਉਹਨਾਂ ਦੇ ਵਿੱਚ ਜਿੰਨੀਆਂ ਗਲਤੀਆਂ ਹੋਈਆਂ, ਗਲਤੀਆਂ ਸੁਧਾਰਨੀਆਂ ਬਣਦੀਆਂ ਨੇ ਆਡਿਟ ਦੇ ਵਿੱਚ, ਵੀ ਅਗਰ ਲੇਜ਼ਰਾਂ ਦੇ ਵਿੱਚ ਕਿਤੇ ਵੀ ਘਾਟਵਾਦ ਹੈਗੀ ਹੈ ਤਾਂ ਉਹਨੂੰ ਸੁਧਾਰਿਆ ਜਾਂਦਾ। ਇਹ ਉਹ ਗਲਤੀਆਂ ਹੀ ਆਪਣੀਆਂ ਸੁਧਾਰ ਨਹੀਂ ਸਕੇ। ਤੁਹਾਨੂੰ ਦੱਸਦਾ ਕਿ ਤਕਰੀਬਨ 8 ਸਾਲ ਦਾ ਆਡਿਟ ਪੈਂਡਿੰਗ ਹੈ। ਕਿਉਂ ਪੈਂਡਿੰਗ ਹੈ? ਜਵਾਬ ਦਿਓ। ਜਦੋਂ ਤੱਕ 328 ਸਰੂਪਾਂ ਦਾ ਸਿਆਪਾ ਸੰਗਤ ਜੀ ਨਹੀਂ ਮੁੱਕਦਾ ਇਹਨਾਂ ਦਾ, ਉਦੋਂ ਤੱਕ ਇਹ ਆਡਿਟ ਕਰ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਦੇ ਕੋਲ ਬੈਲੈਂਸ ਸ਼ੀਟਾਂ ਹੀ ਨਹੀਂ ਹੈ। ਜੇ ਜਾ ਕੇ ਅੱਜ ਧਾਮੀ ਸਾਹਿਬ ਨੂੰ ਕਹਿ ਦਈਏ ਨਾ ਵੀ ਬਾਕੀ ਛੱਡੋ, 2016 ਤੋਂ ਲੈ ਕੇ ਹੁਣ ਤੱਕ ਦੀਆਂ ਬੈਲੈਂਸ ਸ਼ੀਟਾਂ ਦਿਖਾ ਦਿਓ, ਇਹਨਾਂ ਕੋਲ ਬੈਲੈਂਸ ਸ਼ੀਟਾਂ ਹੀ ਪ੍ਰੋਪਰ ਨਹੀਂ ਹੋਣਗੀਆਂ। ਇਹ ਬੈਲੈਂਸ ਸ਼ੀਟਾਂ ਕਿਉਂ ਨਹੀਂ ਇਹਨਾਂ ਕੋਲ ਹੋਣਗੀਆਂ? ਕਿਉਂਕਿ ਇਹਨਾਂ ਨੇ ਕਦੇ ਵੀ ਆਪਣਾ ਜਿਹੜਾ ਅਕਾਊਂਟ ਸੀਗਾ ਉਹ ਪ੍ਰੋਪਰਲੀ ਮੇਨਟੇਨ ਨਹੀਂ ਕੀਤਾ। ਜਿਹੜੇ ਵੀ ਰਾਮਸਰ ਦੇ ਵਿੱਚ ਮਤਲਬ ਅਧਿਕਾਰੀ ਰਹੇ, ਪਹਿਲੀ ਗੱਲ ਤਾਂ ਕਵਲਜੀਤ ਹੀ ਰਿਹਾ 19 ਸਾਲ, ਠੀਕ ਹੈ ਜੀ। ਉਸ ਤੋਂ ਇਲਾਵਾ ਹੋਰ ਜਿੰਨੇ ਬੰਦੇ ਆਏ ਗਏ ਜਿਹੜੇ ਚੱਜ ਦੇ ਆਏ, ਜਿਹਨਾਂ ਨੇ ਮਾੜਾ ਮੋਟਾ ਖੰਗਾਲਿਆ ਇਹਨਾਂ ਦਾ ਰਿਕਾਰਡ ਤੇ ਸੱਚਾਈ ਸਾਹਮਣੇ ਰੱਖੀ, ਉਹਨਾਂ ਦਾ ਇਹਨਾਂ ਨੇ ਮੂੰਹ ਬੰਦ ਕਰਤਾ, ਜਾਂ ਉਹਨਾਂ ਨੂੰ ਪ੍ਰੀ ਰਿਟਾਇਰਮੈਂਟ ਦੇ ਕੇ ਤੋੜ ਦਿੱਤਾ, ਜਾਂ ਉਹਨਾਂ ਤੇ ਅਜਿਹੇ ਗੰਦੇ ਇਲਜ਼ਾਮ ਜਾਂ ਧੱਬੇ ਲਾ ਕੇ ਬਾਹਰ ਕੱਢ ਦਿੱਤਾ ਵੀ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਾ ਰਹਿਣ। ਮੈਂ ਤੁਹਾਨੂੰ ਦੱਸਦਾ ਵੀ ਉਹ 1100 ਪੰਨਿਆਂ ਦੀ ਰਿਪੋਰਟ ਦੇ ਵਿੱਚ ਜਿਹੜੇ ਬੰਦੇ ਦੇ ਨਾਲ ਮੈਂ ਗੱਲ ਕੀਤੀ ਸੀ, ਅਕਾਊਂਟੈਂਟ ਇਹਨਾਂ ਦਾ, ਜਿਹਨੇ ਨਾਲ ਰਹਿ ਕੇ ਆਡਿਟ ਵੀ ਕਰਵਾਇਆ, ਜਿਹੜਾ ਈਸ਼ਰ ਸਿੰਘ ਦੇ ਨਾਲ ਵੀ ਰਿਹਾ, ਠੀਕ ਹੈ ਜੀ, ਉਹ ਬੰਦਾ ਕੌਣ ਆ, ਉਹਦੀ ਗੱਲਬਾਤ ਵੀ ਤੁਹਾਨੂੰ ਸੁਣਾਉਂਦੇ ਆ ਹੁਣ।
ਤੇ ਪਹਿਲਾਂ ਤੁਹਾਨੂੰ ਦੱਸ ਦਿੰਦੇ ਕਿ ਉਹਦੇ ਵਿੱਚ ਜਿਹੜੀ ਰਿਪੋਰਟ ਆ 1100 ਪੰਨਿਆਂ ਦੀ, ਉਹਦੇ ਵਿੱਚ ਉਹਦੇ ਵਾਸਤੇ ਲਿਖਿਆ ਕਿ ਉਹ ਬੜੇ ਔਖੇ ਜਿਹੇ ਸ਼ਬਦ ਸੀਗੇ, ਤਾਂ ਕਰਕੇ ਮੈਂ ਲਿਖੇ ਆ। ਜਾਂਚ ਕਮੇਟੀ ਨੂੰ ਸ਼ੰਕਾ ਹੈ ਕਿ ਬੇਨਿਯਮੀ ਨੂੰ ਰੋਕਣ ਦੀ ਥਾਂ ਸਾਥ ਦਿੱਤਾ ਗਿਆ। ਕਿਹਨੇ ਸਾਥ ਦਿੱਤਾ? ਜੁਝਾਰ ਸਿੰਘ। ਕੌਣ ਜੁਝਾਰ ਸਿੰਘ? 1100 ਪੂਰੇ ਪੰਨਿਆਂ ਦੀ ਰਿਪੋਰਟ ਦੇ ਵਿੱਚ ਜਿਹੜਾ ਹਰ ਥਾਂ ਦੇ ਉੱਤੇ ਮਤਲਬ ਬਹੁਤ ਜਗ੍ਹਾ ਤੇ ਮੈਨੂੰ ਪੋਜ਼ਿਟਿਵ ਹੀ ਲੱਗਿਆ, ਜਿਹਨੇ ਹਮੇਸ਼ਾ ਈਸ਼ਰ ਸਿੰਘ ਨੂੰ ਗਾਈਡ ਕੀਤਾ, ਚੀਜ਼ਾਂ ਖੁਲਾਸੇ ਕੀਤੇ, ਦੇਖਿਆ, ਮਤਲਬ ਹਰ ਥਾਂ ਤੇ ਪੋਜ਼ਿਟਿਵ ਮੈਨੂੰ ਨਜ਼ਰ ਆਇਆ ਬਹੁਤ ਥਾਂ ਤੇ ਜਿੱਥੇ ਵੀ ਨਜ਼ਰ ਆਇਆ ਤੇ ਉੱਥੇ ਬੜੇ ਸਾਰੇ ਬਿਆਨ ਨੇ, ਬਿਆਨ ਵੀ ਪੋਜ਼ਿਟਿਵ ਹੀ ਨੇ, ਠੀਕ ਹੈ। 19-21 ਕਿਤੇ ਹੋਊਗਾ ਜੇ ਹੋਊਗਾ, ਪਰ ਹੈਰਾਨੀ ਉੱਥੇ ਹੁੰਦੀ ਹੈ ਕਿ ਜਦੋਂ ਲਾਸਟ ਦੇ ਵਿੱਚ ਆ ਕੇ ਇਹਦਾ ਨਾਮ ਆਂਦਾ ਜੁਝਾਰ ਸਿੰਘ ਦਾ, ਤੇ ਉੱਥੇ ਆਹ ਚੀਜ਼ ਲਿਖੀ ਜਾਂਦੀ ਹੈ। ਤੇ ਉਸ ਤੋਂ ਬਾਅਦ ਲਗਾਤਾਰ ਫੋਨ ਕਰਦੇ ਆ, ਤੇ ਆਈ ਥਿੰਕ ਇਹ ਵੀ ਸਸਪੈਂਡ ਚੱਲ ਰਿਹਾ ਹੈ ਬੰਦਾ, ਤੇ ਬਹੁਤ ਜ਼ਿਆਦਾ ਇਹ ਵੀ ਟੈਨਸ਼ਨ 'ਚ ਲੱਗਿਆ ਮੈਨੂੰ, ਕਿਉਂਕਿ ਮੈਂ ਜਦੋਂ ਇਹਨਾਂ ਫੋਨ ਦੇ ਉੱਤੇ ਗੱਲ ਕੀਤੀ ਬਹੁਤ ਡਰਿਆ ਤੇ ਘਬਰਾਇਆ ਸੀ। ਆਓ ਸੁਣਦੇ ਆ ਪਹਿਲਾਂ ਮੇਰੀ ਇਹਦੇ ਨਾਲ ਕੀ ਗੱਲ ਹੋਈ ਤੇ ਇਸਨੇ ਕੀ ਕਿਹਾ, ਕਿਉਂਕਿ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਪੁਰਾਣੇ ਐਪੀਸੋਡਸ ਦੇ ਵਿੱਚ ਕਹੀਆਂ ਨੇ ਨਾ, ਉਹ ਚਾਹੇ ਨਾ ਬੋਲਿਆ ਹੋਵੇ ਜੁਝਾਰ ਸਿੰਘ, ਪਰ ਉਸ ਜੁਝਾਰ ਸਿੰਘ ਦੀ ਚੁੱਪੀ ਵੀ ਬਹੁਤ ਕੁਝ ਬੋਲ ਗਈ, ਉਸ ਦਾ ਡਰ ਬਹੁਤ ਕੁਝ ਕਹਿ ਗਿਆ। ਪ੍ਰੀਤ ਸਿੰਘ ਸੈਣੀ ਅਰਜ਼ ਕਰ ਰਿਹਾ ਜੀ, ਗੁਰਬਾਣੀ ਅਖਬਾਣੀ ਚੈਨਲ ਆਪਣੇ ਹੈ, ਪ੍ਰੀਤ ਸਿੰਘ ਸੈਣੀ ਤੋਂ ਵੀ ਮੇਰਾ ਚੈਨਲ ਚੱਲਦਾ, ਤੁਸੀਂ ਦੇਖਿਆ ਹੋਵੇਗਾ। ਤੁਹਾਡੀਆਂ ਵੀਡੀਓ ਮੈਂ ਸੁਣਦਾ ਰਹਿਣਾ ਜੀ। ਬਸ ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹੁੰਦਾ ਵੀ 1100 ਪੰਨਿਆਂ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਕਈ ਥਾਵਾਂ ਦੇ ਉੱਤੇ ਤੁਸੀਂ ਇਨਕੁਆਇਰੀ ਕਰਕੇ ਜੱਗ ਜ਼ਾਹਿਰ ਕੀਤਾ ਵੀ ਕੌਣ ਬੰਦਾ ਕਿੱਥੇ ਗਲਤ ਹੈ। ਈਵਨ ਰਿਪੋਰਟ ਜਿੰਨੀ ਵੀ ਉਹਦੇ ਵਿੱਚ ਆਉਂਦੀ ਹੈ ਉਹਦੇ ਵਿੱਚ ਕਲੀਅਰਲੀ ਬੜੀਆਂ ਥਾਵਾਂ ਦੇ ਉੱਤੇ ਤੁਸੀਂ ਮਾਰਕ ਕੀਤਾ ਵੀ ਕੌਣ ਬੰਦਾ ਕਿੱਥੇ ਗਲਤ ਹੈ ਤੇ ਕੀ ਘਪਲਾ ਹੋ ਰਿਹਾ ਹੈ, ਕੀ ਹੋਇਆ ਹੈ। ਇਹ ਸਰ ਜੀ ਇਹ ਤੇ ਈਸ਼ਰ ਸਿੰਘ ਦੀ ਰਿਪੋਰਟ ਆ। ਮੈਂ ਈਸ਼ਰ ਸਿੰਘ ਦੇ ਨਾਲ ਸਾਥ ਦਿੱਤਾ ਇਨਕੁਆਇਰੀ ਕਰਾਉਣ ਚ ਜੀ, ਤੇ ਉਹਨਾਂ ਨੂੰ ਮੈਂ ਦੱਸਿਆ ਵੀ ਇਹ ਉਹਨਾਂ ਮੇਰੇ ਕੋਲ ਸਾਥ ਮੰਗਿਆ ਵੀ ਕਿਸ ਤਰੀਕੇ ਨਾਲ ਲੱਭ ਸਕਦੇ ਜੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਸਾਰਾ ਸਟਾਕ ਪਾ ਕੇ ਉਹਦੇ ਅੱਗੇ ਪਾ ਕੇ ਇਸ ਤਰੀਕੇ ਨਾਲ ਲੱਭ ਸਕਦੇ ਆ। ਇਸ ਕੰਮ ਲਈ ਮੈਂ 15 ਦਿਨ ਉਹਨਾਂ ਦੇ ਨਾਲ ਆਪਣੇ 5 ਕੰਪਿਊਟਰ ਦੇ ਨਾਲ ਲਾ ਕੇ ਮਿਹਨਤ ਕੀਤੀ ਜੀ। ਹਾਂਜੀ, ਤੇ ਉਹ ਇਹ ਉੱਪਰ ਉਹਨਾਂ ਉਹ ਚੀਜ਼ ਨੂੰ ਨਹੀਂ ਲਿਆ ਜੀ। ਉਹਨਾਂ ਨੇ ਨਿਸ਼ਾਨ ਸਿੰਘ 18/8/15 ਦੀ 15 ਤੱਕ ਕੁਛ ਉਹਨਾਂ ਨੂੰ ਤੱਤ ਲੱਭ ਕੇ ਨਿਸ਼ਾਨ ਸਿੰਘ ਦੇ ਜੀ ਉੱਥੇ ਸਟਾਪ ਕਰਕੇ ਉਹਨਾਂ ਰਿਪੋਰਟ ਕਰਕੇ ਤੇ ਕੰਮ ਨਿਬੇੜਤਾ। ਜਿਹੜੀ ਗੱਲ ਮੈਂ ਕਹੀ ਸੀ। ਅੱਛਾ, ਇਸ ਰਿਪੋਰਟ ਦੇ ਵਿੱਚ ਇੱਕ ਥਾਂ ਦੇ ਉੱਤੇ ਮਤਲਬ ਪਹਿਲਾਂ ਲਿਖਿਆ ਜਾਂਦਾ ਆ ਈਸ਼ਰ ਸਿੰਘ ਵੱਲੋਂ ਕਿ ਜੁਝਾਰ ਸਿੰਘ ਬਹੁਤ ਮਤਲਬ ਵਧੀਆ ਤਰੀਕੇ ਨਾਲ ਸਾਥ ਦੇ ਰਿਹਾ, ਕੰਮ ਕਰ ਰਿਹਾ। ਉਸ ਤੋਂ ਬਾਅਦ ਅੱਗੇ ਉਸ ਦੇ ਵਿੱਚ ਲਿਖਿਆ ਜਾਂਦਾ ਕਿ ਉਹ ਪਿੱਛੇ ਹੋ ਗਿਆ, ਸਾਥ ਨਹੀਂ ਦਿੱਤਾ, ਗਲਤ ਗਾਈਡ ਕੀਤਾ। ਇਹਦਾ ਕੀ ਮਤਲਬ? ਨਹੀਂ ਸਰ ਜੀ, ਮੈਂ ਕਿਤੇ ਗਲਤ ਨਹੀਂ ਗਾਈਡ ਕੀਤਾ ਨੂੰ। 15 ਦਿਨ ਦੇ ਵਿੱਚ ਰਹਿੰਦਿਆਂ ਉਹਨੇ ਮੈਨੂੰ ਇੱਕ ਵਾਰ ਵੀ ਨਹੀਂ ਦੱਸਿਆ ਮੇਰੀ ਗਲਤੀ ਆ ਕੋਈ ਹੈਗੀ, ਨਾ ਮੇਰੇ ਕੋਲ ਬਿਆਨ ਲੈ ਕੇ ਨਾ ਮੇਰੀ ਗਲਤੀ ਦੱਸੀ ਗਈ। ਮੈਨੂੰ ਹਰ ਇੱਕ ਆਡਿਟ ਦੇ ਪੱਖੋਂ ਨੂੰ ਹਰ ਇੱਕ ਜਾਣਕਾਰੀ ਦਿੱਤੀ। ਆਡਿਟ ਦੇ ਵਿੱਚ ਕੋਈ ਵੀ ਕੁਐਸਚਨ ਹੈ ਮੇਰੇ ਕੋਲ ਮੈਨੂੰ ਕਰੋ, ਮੈਂ ਤੁਹਾਨੂੰ ਜਵਾਬ ਦੇਵਾਂਗਾ। ਹੁਣ ਆਡਿਟ ਦੇ ਵਿੱਚ ਕੋਈ ਵੀ ਉਹ ਗਲਤੀ ਨਹੀਂ ਕੱਢ ਸਕਿਆ ਜੀ। ਸਰਕਾਰੀ ਆਡਿਟ ਦੇ ਵਿੱਚ ਕੋਈ ਗਲਤੀ ਨਹੀਂ ਉਹ ਕੱਢ ਸਕਿਆ ਆਡਿਟ ਦੇ ਵਿੱਚ। ਤੇ ਜਾਂਦੀ ਵਾਰੀ ਪਤਾ ਨਹੀਂ ਮੇਰਾ ਨਾਂ ਕਿਉਂ ਪਾ ਗਿਆ ਜੀ ਜਾਂਚ ਕਮੇਟੀ ਨੂੰ ਸ਼ੰਕਾ, ਇਹਨੇ ਬੇਨਿਯਮਾਂ ਨੂੰ ਰੋਕਣ ਦੀ ਥਾਂ। ਬਿਲਕੁਲ ਇਹੀ ਗੱਲ ਕਰ ਰਿਹਾ ਸੀ ਕਿ ਜਾਂਚ ਕਮੇਟੀ ਨੂੰ ਸ਼ੰਕਾ ਦੇ ਉੱਤੇ ਕਿਸੇ ਦੇ ਉੱਤੇ, ਕਿਉਂਕਿ ਇਨਕੁਆਇਰੀ ਜਦ ਬੈਠ ਰਹੀ ਹੈ ਤਾਂ ਸਿਰਫ ਸ਼ੰਕਾ ਦੇ ਬਿਹਾਫ ਦੇ ਉੱਤੇ, ਸ਼ੱਕ ਦੇ ਬਿਹਾਫ ਤੁਹਾਨੂੰ ਮਤਲਬ ਲਾਸਟ ਰਿਪੋਰਟ ਦੇ ਵਿੱਚ ਮੈਂ ਦੇਖਿਆ ਕਿ ਜੇ ਤੁਹਾਡਾ ਨਾਮ ਪਾਇਆ ਹੋਇਆ ਹੈ ਵੀ ਤੁਹਾਨੂੰ ਵੀ ਗੁਨੇਗਾਰ ਸਾਬਿਤ ਕਰ ਦਿੱਤਾ ਗਿਆ। ਤੇ ਅਗਰ ਅਸੀਂ ਰਿਪੋਰਟ ਦੀ ਗੱਲ ਕਰੀਏ ਤਾਂ ਜਾਂਚ ਤਾਂ ਇਹ ਪੂਰੀ ਹੋਈ ਨਹੀਂ। ਜਾਂਚ ਤਾਂ ਉਹਨੇ ਕੀਤੀ ਜੀ 18/8/15 ਤੱਕ ਜੀ। ਜਾਂਚ ਤਾਂ ਪੂਰੀ ਕੀਤੀ ਨਹੀਂ, 20 ਤੱਕ ਕਰਨੀ ਚਾਹੀਦੀ ਜਾਂਚ ਉਹਨੂੰ। ਬਿਲਕੁਲ ਨਹੀਂ, ਮੈਂ ਉਹੀ ਕਹਿ ਰਿਹਾ ਨਾ ਜੁਝਾਰ ਜੀ, ਤੁਸੀਂ ਨਾਲ ਰਹੇ ਹੋ, ਤੁਸੀਂ ਸਾਰਾ ਕੁਝ ਦੇਖਿਆ ਆ। ਮੈਂ ਸਿਰਫ ਇਹ ਜਾਣਨਾ ਚਾਹੁੰਦਾ ਜਦ ਜਾਂਚ ਜਵਾਬ ਚਾਹੀਦੇ ਨੇ, ਜਾਂਚ ਪੂਰੀ ਨਹੀਂ ਹੋਈ ਕਰ ਦਿੱਤੇ ਗਏ, ਚਾਹੇ ਤੁਸੀਂ ਹੋ, ਚਾਹੇ ਕਵਲਜੀਤ ਹੈ, ਚਾਹੇ ਬਾਜ ਹੈ, ਚਾਹੇ ਇੱਕ ਆਈ ਥਿੰਕ ਗੁਰਚਰਨ ਜਾਂ ਕੋਈ ਹੋਰ 2-3 ਨਾਮ ਹੈਗੇ ਨੇ ਉਹ ਨੇ। ਇਹ ਤਾਂ ਸਰ ਜੀ ਈਸ਼ਰ ਸਿੰਘ ਹੀ ਜਾਣਦਾ ਵੀ ਇਹਨੇ ਕਿਸ ਤਰ੍ਹਾਂ ਗੁਨੇਗਾਰ ਬਣਾਤੇ। ਇਹ ਤਾਂ ਈਸ਼ਰ ਸਿੰਘ ਹੀ ਜਾਣਦਾ। ਮੈਂ ਈਸ਼ਰ ਸਿੰਘ ਨੂੰ ਇਸ ਬਾਰੇ ਕੋਈ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ। ਈਸ਼ਰ ਸਿੰਘ ਪਾਸ ਪੁੱਛੋ ਜਾ ਕੇ। ਮੈਂ ਈਸ਼ਰ ਸਿੰਘ ਨੂੰ ਬਹੁਤ ਵਾਰ ਕਾਲ ਕੀਤੀ, ਤੁਸੀਂ ਵੀ ਪੂਰੇ ਹਫ਼ਤੇ ਤੋਂ ਫੋਨ ਨਹੀਂ ਚੱਕ ਰਹੇ। ਮੈਂ ਤਾਂ ਸਿਰਫ ਉਹ 1100 ਪੰਨੇ ਦੀ ਰਿਪੋਰਟ ਦੇ ਵਿੱਚ ਮੱਥਾ ਮਾਰ ਕੇ ਦੇਖ ਰਿਹਾ ਹਾਂ, ਤੇ ਮੈਂ ਤੁਹਾਨੂੰ ਵੀ ਹਫ਼ਤੇ ਤੋਂ ਫੋਨ ਲਗਾ ਰਿਹਾ ਹਾਂ। ਮੈਂ ਇਹ ਮਕਸਦ ਲਈ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਕਿਉਂਕਿ ਮੈਂ ਬਹੁਤ ਮਾਨਸਿਕ ਟੈਨਸ਼ਨ 'ਚ ਆ। ਮੈਨੂੰ ਇਹਨਾਂ ਧਾਰਮਿਕ ਮੁੱਦੇ 'ਚ ਨਜਾਇਜ਼ ਨਿਰਦੋਸ਼ ਫਸਾਇਆ। ਹੁਣ ਮੇਰਾ ਅਦਾਲਤ 'ਚ ਕੇਸ ਚੱਲ ਰਿਹਾ, ਜੋ ਅਦਾਲਤ ਫੈਸਲਾ ਕਰੇਗੀ ਠੀਕ ਹੈ। ਮੈਂ ਵਾਦ-ਵਾਦ ਚ ਨਹੀਂ ਪੈਣਾ ਚਾਹੁੰਦਾ। ਨਹੀਂ, ਅਦਾਲਤ ਦੇ ਵਿੱਚ ਕੇਸ ਆਹੀ 328 ਨੂੰ ਲੈ ਕੇ ਚੱਲ ਰਿਹਾ, ਐਸਜੀਪੀਸੀ ਦੇ ਨਾਲ ਚੱਲ ਰਿਹਾ ਜਾਂ ਕੋਈ ਪਰਸਨਲ ਤੁਹਾਡੀ ਪ੍ਰੋਬਲਮ ਹੈ? ਮੇਰਾ ਐਸਜੀਪੀਸੀ ਨਾਲ ਚੱਲ ਰਿਹਾ, ਜਿਹੜਾ ਇਹਨਾਂ ਨੂੰ ਡਿਸਮਿਸ ਕੀਤਾ ਉਹਦੇ ਬਾਰੇ ਚ। ਡਿਸਮਿਸ ਕੀਤਾ ਸਟੇ ਲੈ ਚੁੱਕੇ ਆ
ਇਹਨਾਂ ਬਾਰ-ਬਾਰ ਫੇਰ ਸਾਨੂੰ ਸਟੇ ਲੈ ਕੇ ਹਾਜ਼ਰ ਕਰ ਲੈਂਦੇ, ਫੇਰ ਡਿਸਮਿਸ ਕਰ ਦਿੰਦੇ, ਫੇਰ ਹਾਜ਼ਰ ਕਰ ਲੈਂਦੇ, ਫਿਰ ਜੁਝਾਰ ਜੀ ਸਾਰੀ ਸਿੱਖ ਸੰਗਤ ਤੁਹਾਡੇ ਨਾਲ ਹੈ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵੀ ਤੁਸੀਂ ਆ 328 ਸਰੂਪਾਂ ਵਾਲਾ ਜਿਹੜਾ ਮਸਲਾ ਹੈ ਉਸ ਦੇ ਵਿੱਚ ਸੰਗਤ ਦਾ ਸਾਥ ਦਿਓ, ਤੇ ਤਾਂ ਕਿ ਅਸੀਂ ਸੰਗਤ ਤੱਕ ਪਹੁੰਚਾ ਸਕੀਏ ਕਿ ਇਹ 328 ਸਰੂਪ ਗਏ ਕਿੱਥੇ। ਕਿਉਂਕਿ ਜਿੰਨੀ ਕਿ ਮੈਂ ਸਟੱਡੀ ਕੀਤੀ ਹੈ ਕਿ ਸਰੂਪ ਕਿਤੇ ਵੱਧ ਰਹੇ ਨੇ, ਕਿਤੇ ਘਟ ਰਹੇ ਨੇ। ਇੱਕ ਥਾਂ ਦੇ ਉੱਤੇ 150 ਘਟਦਾ ਹੈ, ਇੱਕ ਥਾਂ ਤੇ 200 ਘਟਦਾ ਹੈ, 350 ਇੱਕ ਪਾਸੇ ਨਿਕਲ ਜਾਂਦਾ, ਇੱਕ ਪਾਸੇ 239 ਸਰੂਪ ਵੱਧਦਾ ਆ। ਮਤਲਬ ਇਹ ਝਮੇਲਾ ਸਮਝ ਨਹੀਂ ਆਉਂਦਾ। ਤੁਸੀਂ ਵਿੱਚ ਰਹਿ ਕੇ ਸਾਰਾ ਕੁਝ ਕੀਤਾ ਆ ਤੇ ਤੁਹਾਨੂੰ ਪਤਾ, ਤੁਸੀਂ ਜਾਂਚ ਦੇ ਨਾਲ ਰਹੇ ਹੋ। ਤੇ ਈਸ਼ਰ ਸਿੰਘ ਦੀ ਜਿਹੜੀ ਰਿਪੋਰਟ ਆ ਉਹ ਕਈ ਹੱਦਾਂ ਤੱਕ, ਕਈ ਪੜਾਵਾਂ ਤੱਕ ਮੈਨੂੰ ਆਪ ਪੜਨ ਦੇ ਵਿੱਚ ਗਲਤ ਲੱਗੀ ਹੈ। ਮੈਂ ਤਾਂ ਤੁਹਾਨੂੰ ਲਗਾਤਾਰ ਕਾਲ ਕਰ ਰਿਹਾ ਸੀ। ਕਿਰਪਾ ਕਰਕੇ ਬੇਨਤੀ ਆ, ਇਹ ਨਾ ਸੋਚੋ ਕਿ ਪ੍ਰੀਤ ਸਿੰਘ ਸੈਣੀ ਬੇਨਤੀ ਕਰ ਰਿਹਾ, ਸਿੱਖ ਸੰਗਤ ਬੇਨਤੀ ਕਰ ਰਹੀ ਹੈ। ਸੱਚਾਈ ਦੱਸੋ ਸਰ ਜੀ। ਮੇਰੀ ਅਜੇ ਸਰਵਿਸ ਰਹਿੰਦੀ ਹੈ, ਮੈਂ ਅਜੇ ਸਰਵਿਸ ਕਰਨੀ ਹੈ। ਜੇ ਮੈਨੂੰ ਇਹ ਨਜਾਇਜ਼ ਨੂੰ ਮਾਰ ਸਕਦੇ ਆ 3 ਸਾਲ, ਤੇ ਮੈਂ ਹੁਣ ਤੁਹਾਨੂੰ ਕੋ ਸਾਥ ਦੇ ਕੇ ਹੁਣ ਇਹਨਾਂ ਕੋ ਧੌਣ ਲਵਾਉਣੀ। ਹੋਰ ਸੋਚੋ ਕਿੰਨਾ ਡਰ ਹੈ। ਆਸਰੇ ਹੁਣ ਜੀਵਾਂਗਾ, ਹੋਰ ਜੋ ਫੈਸਲਾ ਕਰੇਗਾ ਉਹਦੇ ਅਨੁਸਾਰ ਕਰਕੇ। ਮੈਂ ਤੁਹਾਡਾ ਕੋਈ ਸਾਥ ਨਹੀਂ ਦੇ ਸਕਦਾ। ਕੋਈ ਈਸ਼ਰ ਸਿੰਘ ਕੋ ਪੁੱਛੋ। ਮੇਰੀ ਇਹ ਇੱਕ ਬੇਨਤੀ ਜ਼ਰੂਰ ਹੈਗੀ ਆ, ਜਿੰਨਾ ਚਿਰ ਪੜਤਾਲ ਨਹੀਂ ਹੁੰਦੀ ਇਹਦੀ ਪੂਰੀ, ਉਹਨਾਂ ਚਿਰ ਤੇ ਸਹੀ ਸਿੱਟੇ 'ਚ ਪਤਾ ਨਹੀਂ ਲੱਗ ਸਕਦਾ ਕੌਣ ਚੋਰ ਆ ਤੇ ਕੌਣ ਸਹੀ ਆ। ਅੱਛਾ, ਮੈਨੂੰ ਇੱਕ ਚੀਜ਼ ਆਖਰੀ, ਚਲੋ ਦੱਸੋ, ਤੁਸੀਂ ਨਹੀਂ ਸਾਥ ਦੇ ਸਕਦੇ, ਇੱਕ ਬੇਨਤੀ ਮੇਰੀ ਪ੍ਰਵਾਨ ਕਰਿਓ ਕਿ ਪੰਜਾਬ ਸਰਕਾਰ ਇਹ ਪੜਤਾਲ ਪੂਰੀ ਕਰਵਾ ਸਕਦੀ ਜਿੱਥੇ ਇਹਨਾਂ ਨੇ ਠੱਪਾ ਲਾਇਆ ਹੈ? ਕੋਈ ਨਹੀਂ ਕਰਾ ਸਕਦੀ। ਸਭ ਤੋਂ ਵਧੀਆ ਪੜਤਾਲ ਸ਼੍ਰੋਮਣੀ ਕਮੇਟੀ ਕਰਾ ਸਕਦੀ। ਪਰ ਸ਼੍ਰੋਮਣੀ ਕਮੇਟੀ ਅਗਰ ਪੜਤਾਲ ਕਰਵਾਉਣ ਵਾਲੀ ਹੋਈ ਤਾਂ ਉਹਨੇ ਪਹਿਲਾਂ ਹੀ ਕਰਵਾ ਲੈਣੀ ਸੀ। ਕਮੇਟੀ ਨੂੰ ਮੈਂ ਜਾ ਕੇ ਬਾਰ-ਬਾਰ ਬੇਨਤੀਆਂ ਕੀਤੀਆਂ। ਬੀਬੀ ਜਗੀਰ ਕੌਰ ਨੂੰ ਬੇਨਤੀ ਕੀਤੀ ਆ, 2 ਵਾਰਾਂ ਨੇ ਮੈਨੂੰ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਆ। ਧਾਮੀ ਸਾਹਿਬ ਨੂੰ ਮੈਂ ਬੜੀ ਬੇਨਤੀ ਕੀਤੀ ਬਾਰ-ਬਾਰ ਵੀ ਇਹਦੀ ਪੜਤਾਲ ਕਰਾ ਲਓ, ਸੱਚ ਝੂਠ ਸਾਹਮਣੇ ਆ ਜਾਏਗਾ ਤੁਹਾਡਾ ਜੀ। ਪਰ ਉਹ ਪੜਤਾਲ ਕਿਉਂ ਨਹੀਂ ਕਰਾਉਣੀ ਚਾਹੁੰਦੇ? ਕਿਉਂਕਿ ਚੋਰ ਨੇ। ਮੈਨੂੰ ਉਹਨਾਂ ਦੀ ਮਨਸਾ ਨਹੀਂ ਪਤਾ ਲੱਗਦਾ ਵੀ ਇਹ ਪੜਤਾਲ ਕਿਉਂ ਨਹੀਂ ਕਰਾਉਣੀ। ਕਿਉਂਕਿ ਆਪ ਚੋਰ ਨੇ। ਕਿਉਂਕਿ ਈਸ਼ਰ ਸਿੰਘ ਨੇ ਕੋਈ ਪੜਤਾਲ ਕੀਤੀ ਹੀ ਨਹੀਂ ਜੀ। ਮਤਲਬ ਜੋ ਗੱਲ ਮੈਂ ਸ਼ੁਰੂਆਤ 'ਚ ਕਹੀ ਸੀਗੀ, ਈਸ਼ਰ ਸਿੰਘ ਦੀ ਜੋ ਰਿਪੋਰਟ ਹੈ ਸਿਰੇ ਤੋਂ ਸਿਰੇ ਤੱਕ ਅਸੀਂ ਖਾਰਿਜ ਕਰ ਸਕਦੇ ਹਾਂ, ਜਦ ਉਹਨੇ 328 ਬਾਰੇ ਕੋਈ ਪੜਤਾਲ ਕੀਤੀ ਨਹੀਂ। ਹਾਂਜੀ, ਉਹ 328 ਦੇ ਦੱਸਣ ਨਾ ਫਿਰ ਕਿੱਥੇ ਆ ਉਹ 328? ਜਾਂ ਈਸ਼ਰ ਸਿੰਘ ਦੱਸ ਕੇ ਜਾਂਦਾ ਵੀ ਇਹ ਬੰਦੇ ਨੇ ਇੰਨੀ ਭੇਟਾ ਖਾਧੀ ਆ, ਜਾਂ ਇੰਨੇ 328 ਦੇ ਇੰਨੇ ਨਾਗੇ ਨੇ ਲੈ ਗਿਆ ਹੈ। ਧਾਮੀ ਸਾਹਿਬ ਦੋਸ਼ੀ ਤੇ ਬਣਾਇਆ ਹੀ ਨਹੀਂ, ਤੁਹਾਡਾ ਹੀ ਬੰਦਾ। ਉਹ ਇਹ ਤੇ ਵੇਖੋ ਨਜਾਇਜ਼ ਦੋਸ਼ ਲਾਇਆ ਜੀ। ਜਾਂਚ ਪੜਤਾਲ ਕਮੇਟੀ ਨੂੰ ਸ਼ੰਕੇ ਦੇ ਨਾਲ ਤੁਸੀਂ ਫਾਂਸੀ ਦੀ ਸਜ਼ਾ ਦੇ ਦੋਗੇ। ਉਹ ਤਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਮੇਰੀ ਸੋਚ ਹੈ, ਮੈਂ ਸੰਗਤ ਨੂੰ ਜੋ ਚੀਜ਼ ਕਹਿਣਾ ਆ ਕਿ ਸਾਡੀ ਇਹ ਸਰਮੋਰ ਜਥੇਬੰਦੀ ਕਦੀ ਹੁੰਦੀ ਸੀ, ਪਰ ਅੱਜ ਬਹੁਤਾਤ ਕੁੰਡੇ ਭਰ ਗਏ ਇਹਦੇ ਵਿੱਚ, ਜੋ ਡੰਡੇ ਨਾਲ ਕੰਮ ਕਰਾਉਂਦੇ ਨੇ ਕਿਤੇ ਨਾ ਕਿਤੇ। ਮੈਂ ਤੁਹਾਡਾ ਸਾਥ ਨਹੀਂ ਦੇ ਸਕਦਾ, ਮੈਂ ਸ਼੍ਰੋਮਣੀ ਕਮੇਟੀ ਦਾ ਸਾਥ ਦੇ ਸਕਦਾ ਤੇ ਉਹ ਮੈਨੂੰ ਕਹਿ ਹੁਕਮ ਕਰਨ। ਅਜਿਹੀ ਤੁਹਾਡੇ ਸਿਰ ਤੇ ਕੀ ਤਲਵਾਰ ਲਟਕੀ ਹੋਈ ਹੈ ਜਿਹੜਾ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਇੰਨਾ ਜ਼ਿਆਦਾ ਡਰਦੇ ਹੋ, ਜਿਹੜਾ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਮੈਨੂੰ ਫਾਂਸੀ ਲਾਇਆ ਹੋਇਆ ਹੈ, ਮੈਨੂੰ 3 ਸਾਲ ਤੋਂ ਬਰਬਾਦ ਕੀਤਾ? ਕੀ ਕੀਤਾ ਰਿਹਾ ਤੁਹਾਡੇ ਨਾਲ? ਜੇ ਕਿਸੇ ਦੀ ਪੱਕੀ ਫਸਲ ਦੇ ਉੱਤੇ ਗੜੇ ਪੈ ਜਾਣ, 33 ਸਾਲ ਹੋ ਗਏ ਅੱਜ ਹੀ ਮੇਰੀ ਗ੍ਰੈਜੂਏਟੀ ਤੇ ਛੁੱਟੀਆਂ ਦੇ ਮੇਰੀ ਕੀਤੀ ਕਰਾਈ 33 ਸਾਲ ਨੌਕਰੀ ਕੀਤੀ, ਨਸ਼ਟ ਕਰਤੀ ਹੈ ਬਿਨਾਂ ਬੇਦੋਸ਼ੇ ਬੰਦੇ ਨੂੰ। ਮਤਲਬ 33 ਸਾਲ ਤੁਸੀਂ ਐਸਜੀਪੀਸੀ ਦੇ ਵਿੱਚ ਕੰਮ ਕੀਤਾ, ਗੁਰੂ ਰਾਮਦਾਸ ਦੇ ਦਰ ਤੇ ਤੁਸੀਂ 33 ਸਾਲ ਕੰਮ ਕੀਤਾ? 33 ਸਾਲ ਮੈਂ ਸਰਵਿਸ ਕੀਤੀ ਹੈ। ਇਸ ਸਮੇਂ 3 ਸਾਲ ਹੋ ਗਏ ਮੈਨੂੰ ਡਿਸਮਿਸ ਕੀਤੇ ਨੂੰ। 36 ਸਾਲ ਹੋ ਗਏ ਮੇਰੇ। 36 ਮਹੀਨੇ ਮੇਰੀ ਸਰਵਿਸ ਰਹਿ ਗਈ ਹੈ ਤੇ ਮੈਂ ਉਹ ਵੀ ਗਵਾਲਾਂ ਤੁਹਾਡੇ ਕਹਿਣੇ ਤੇ। ਨਹੀਂ ਜੀ, ਕਿਤੇ ਨਹੀਂ ਗਵਾਈ ਜਾਂਦੀ ਤੁਹਾਡੀ ਸਰਵਿਸ। ਮੈਂ ਇਹ ਤੁਹਾਡੇ ਨਾਲ ਵਾਅਦਾ ਕਰਦਾ ਆ, ਸਿੱਖ ਸੰਗਤ ਤੁਹਾਡੇ ਨਾਲ ਵਾਅਦਾ ਕਰਦੀ ਹੈ, ਤੁਹਾਡਾ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ। ਐਸਜੀਪੀਸੀ ਜ਼ੋਰ ਲਾ ਲਵੇ ਜੇਕਰ ਇਹੀ ਹੈ ਕਿ ਤੁਹਾਡੇ ਫੰਡ ਰੋਕੇ ਜਾਣਗੇ ਜਾਂ ਕੁਛ। ਕਿਉਂਕਿ ਉਹ ਨਿਸ਼ਾਂਤ ਸਿੰਘ ਦਾ ਵੀ ਕੋਈ ਆਈ ਥਿੰਕ ਪੰਗਾ ਸੀਗਾ ਤੇ ਉਸਦੇ ਵੀ ਉਹਨੂੰ ਵੀ ਇਹਨਾਂ ਨੇ ਮੈਂ ਜਿੱਥੇ ਪਤਾ ਕੀਤਾ ਹੈ ਪ੍ਰੀ ਰਿਟਾਇਰਮੈਂਟ ਦੇ ਕੇ ਤੇ ਪੈਸਾ ਉਹਦੇ ਹੱਥ 'ਚ ਫੜਾ ਕੇ ਤੇ ਉਹਨੂੰ ਘਰ ਨੂੰ ਤੋੜ ਦਿੱਤਾ। ਉਹ ਵੀ ਬੰਦਾ ਸਾਹਮਣੇ ਉਹਨੂੰ ਵੀ ਮੈਂ ਕਾਲ ਟਰਾਈ ਕੀਤੀ, ਉਹ ਵੀ ਬੰਦਾ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈਗਾ। ਮਤਲਬ ਕਿੰਨੇ ਬੰਦੇ ਕਰਨਾ ਸਰ, ਮੈਂ ਨਹੀਂ ਤੁਹਾਡੀ ਮਦਦ ਕਰ ਸਕਦਾ, ਮੈਂ ਤੁਹਾਨੂੰ ਇਹਦੇ ਬਾਰੇ ਕੁਛ ਨਹੀਂ ਦੱਸ ਸਕਦਾ। ਸਿੱਖ ਸੰਗਤ ਚਾਹੁੰਦੀ ਹੈ ਮਦਦ ਕਰਨਾ। ਗੁਰੂ ਰਾਮਦਾਸ ਦੇ ਦਰ ਦੇ ਉੱਤੇ ਘਪਲੇ ਚੱਲ ਰਹੇ ਨੇ, ਘੁਣਵਾਂ ਲੱਗੇ ਹੋਏ ਨੇ ਲੋਕ ਕੁਝ ਗੋਲਕ ਨੂੰ ਖਾਣ ਵਾਸਤੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੇਚੇ ਜਾ ਰਹੇ ਨੇ, ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਬੇਅਦਬੀਆਂ ਕਿੰਨੀਆਂ ਹੋ ਗਈਆਂ ਪਹਿਲਾਂ, ਇਹਨਾਂ ਕਰਤੂਤਾਂ ਕਰਕੇ ਹੋਈਆਂ ਹੋਣਗੀਆਂ। ਜੁਝਾਰ ਜੀ, ਮੈਂ ਤਾਂ ਦਿਲੋਂ ਤੁਹਾਨੂੰ ਮੈਂ ਬੇਨਤੀ ਕਰਦਾ ਹਾਂ ਵਾਰ-ਵਾਰ, ਕਿਰਪਾ ਕਰਕੇ ਸਾਡਾ ਸਾਥ ਦਿਓ, ਪਿੱਛੇ ਨਾ ਹਟੋ, ਗੁੰਡਿਆਂ ਤੋਂ ਇਹਨਾਂ ਤੋਂ ਨਾ ਡਰੋ। ਸਰ ਜੀ ਨਹੀਂ, ਮੈਂ ਆਪਣੇ ਮਹਿਕਮੇ ਤੋਂ ਬਾਹਰ ਨਹੀਂ ਜਾ ਸਕਦਾ। ਮੇਰਾ ਮਹਿਕਮਾ ਆਪ ਕਹੇਗਾ ਮੈਂ ਪੜਤਾਲ 'ਚ ਸਾਥ ਦੇਵਾਂਗਾ, ਇਹਨਾਂ ਦਾ ਦਿਨ ਰਾਤ ਦੇਵਾਂਗਾ। ਤੇ ਜੇਕਰ ਪੰਜਾਬ ਸਰਕਾਰ ਆ ਕੇ ਤੁਹਾਨੂੰ ਬੇਨਤੀ ਕਰਦੀ ਹੈ ਕਿ ਪੜਤਾਲ ਤੁਸੀਂ ਕਰੋ, ਸਾਥ ਦਓਗੇ ਪੰਜਾਬ ਸਰਕਾਰ ਦਾ? ਸਰ ਜੀ ਇਹਨਾਂ ਨੇ FIR ਦਰਜ ਕਰਾਈ, ਮੈਂ ਤਾਂ ਕਹਿੰਦਾ ਅੱਜ FIR ਦਰਜ ਕਰਾ ਦੋ ਤੇ ਪੰਜਾਬ ਸਰਕਾਰ ਕੋ ਆਪਣੇ ਆਪ ਕੇਸ ਚੱਲ ਜੂਗੀ। ਮੈਂ ਆਪ ਪੁਲਿਸ ਕੋ ਹਾਜ਼ਰ ਹੋਣ ਨੂੰ ਤਿਆਰ ਹਾਂ।
सच्चाई पर FIR दर्ज करा दें, पंजाब सरकार को अपने आप ही चल जू जिन्ने बंदे ते FIR दर्ज करनी बिल्कुल मैं ਇਹ ਗੱਲ ਮੈਂ ਸੱਚ ਮੈਂ ਆਈ ਥਿੰਕ ਆਪਣੇ ਐਪੀਸੋਡ 'ਚ ਬੋਲੀ ਵੀ ਹੋਈ ਹੈ। ਮੈਂ ਲਾਸਟ 'ਚ ਦੇਖਿਆ ਸੀ ਕਿ ਜਿਹੜੇ 4 ਗੁਨੇਗਾਰ 2018 ਦੇ ਵਿੱਚ ਜਿਹੜੀ 2018 ਦੀ ਰਿਪੋर्ट है, मैं पिछले एपिसोड से बोला था 4 गुनेगार ਸੀਗੇ, ਜਿਹਦੇ ਬਾਜਵੀ ਸੀਗਾ, ਕੋਈ ਕਵਲਜੀਤ ਵੀ ਸੀਗਾ, ਠੀਕ ਹੈ ਜੀ, ਹੋਰ ਸੀਗੇ, ਤੇ ਆਈ ਥਿੰਕ ਇਹਨਾਂ ਦਾ ਵੀ ਨਾਮ ਵਿੱਚ ਹੋਏਗਾ, ਮੈਨੂੰ ਪਤਾ ਨਹੀਂ। ਤੇ ਉਹੀ ਗੱਲ ਆ ਗਈ, ਕਹਿੰਦੇ ਵੀ FIR ਤਾਂ ਕਰਵਾਵੇ ਸ਼੍ਰੋਮਣੀ ਕਮੇਟੀ, ਅਗਰ ਗੱਦਾਰਾਂ ਸੀ, ਚੋਰ ਆ ਜਾਂ ਚੱਕੇ ਆ। ਅੰਤਰਿਮ ਕਮੇਟੀ ਦੇ ਵਿੱਚ ਹੀ ਸਭ ਕੁਝ ਹੁੰਦਾ, ਫਲਾਈਂਗ ਡਿਪਾਰਟਮੈਂਟ ਸਾਰਾ ਕੁਝ ਕਰ ਲੈਂਦਾ, ਰਿਪੋਰਟਾਂ ਜਿਹੜੀਆਂ ਦੱਬਣੀਆਂ ਦੱਬ ਲਈਆਂ, ਜਿਹੜੀਆਂ ਕੱਢਣੀਆਂ ਨੇ ਕੱਢ ਲਈਆਂ ਰਿਪੋਰਟਾਂ, ਠੀਕ ਹੈ ਜੀ। ਜਿਹੜਾ ਪਤਾ ਹੈ ਵੀ ਆਹ ਬੰਦਾ ਸ਼ਾਰਪ ਹੈਗਾ, ਥੋੜਾ ਜਿਹਾ ਸਮਾਰਟ ਹੈਗਾ, ਕੱਲ ਨੂੰ ਇਹ ਬੰਦੇ ਨੇ ਅਗਰ ਸਾਡਾ ਜਲੂਸ ਕੱਢਣ ਤੇ ਇਹ ਬੰਦਾ ਆ ਗਿਆ ਤਾਂ ਫਿਰ ਸਾਰੇ ਦੇ ਸਾਰੇ ਨੰਗੇ ਹੋ ਜਾਣਗੇ। ਤਾਂ ਕਰਕੇ ਇਹਨੂੰ ਫਟਾਫਟ, ਠੀਕ ਹੈ, ਪ੍ਰੀ ਰਿਟਾਇਰਮੈਂਟ ਦਿਓ, ਨਿਸ਼ਾਂਤ ਵਰਗੇ ਨੂੰ ਹੱਥ 'ਚ ਪੈਸਾ ਫੜਾਓ, 20 ਲੱਖ ਰੁਪਏ ਉਹਦਾ ਦੱਬ ਲਓ ਵੀ ਚੱਲ ਤੈਨੂੰ ਅਸੀਂ ਸ਼ੁਕਰ ਕਰ 50 ਤਾਂ ਦੇਤਾ, ਦਫਾ ਹੋ ਕਰੇ, ਜ਼ਬਾਨ ਨਹੀਂ ਖੋਲਣੀ, ਤੂੰ ਸਾਹਮਣੇ ਨਹੀਂ ਆਣਾ, ਤੂੰ ਬਿਨਾਂ ਕਿਸੇ ਕਾਰਨ ਉਹ ਹੀ ਇੱਧਰ ਆ। ਉਹਨੂੰ ਵਿਚਾਰੇ ਨੂੰ ਇਹ ਨਹੀਂ ਸੀ ਪਤਾ ਮੈਂ ਰਿਕਾਰਡਿੰਗ ਲਾਈ ਹੋਈ ਹੈ, ਉਹਨੂੰ ਲੱਗਾ ਜਰਨਲ ਗੱਲ ਕਰ ਰਿਹਾ ਹਾਂ। ਪਰ ਆਹ ਗੱਲਾਂ ਦਾ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਊਗਾ ਵੀ ਜੋ ਗੱਲਾਂ ਮੈਂ ਕਹੀਆਂ ਉਹ ਗਲਤ ਨਹੀਂ ਸੀ। ਮਤਲਬ ਜੋ ਜਿਸ ਲੀਕ ਉੱਤੇ ਆਪਾਂ ਤੁਰੇ, ਆਪਾਂ ਬਿਲਕੁਲ ਸਹੀ ਟਰੈਕ ਤੇ ਜਾ ਰਹੇ ਹਾਂ। SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਦ ਪਾਇਆ ਹੋਇਆ ਆ, ਚੰਗੇ ਬੰਦਿਆਂ ਨੂੰ ਆਪ ਹੀ ਫਸਾ ਰਹੇ ਆ ਤੇ ਆਪ ਹੀ ਮਰਵਾ ਰਹੇ ਆ। ਫੋਟ ਦੱਬੀ ਗਈ, ਠੀਕ ਹੈ ਜੀ। ਉਹਦੇ ਵਿੱਚ 4-5 ਜਿਹੜੇ ਬੰਦਿਆਂ ਦੇ ਨਾਮ ਨੇ, ਮੈਂ ਈਵਨ ਪਹਿਲਾਂ ਬੋਲ ਚੁੱਕਿਆ ਵੀ ਉਹਨਾਂ ਦੇ FIR ਕਿਉਂ ਨਹੀਂ ਕਰਵਾਈ ਅਗਰ ਉਹ ਕਰਪਟ ਨੇ, ਅਗਰ ਗੁਰੂ ਘਰ ਦਾ ਉਹਨਾਂ ਨੇ ਪੈਸਾ ਖਾਧਾ ਆ ਜਾਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੇ ਹਰਾਮਜ਼ਾਦੀ ਕੀਤੀ ਤਾਂ ਤੁਸੀਂ FIR ਕਿਉਂ ਨਹੀਂ ਕਰਵਾਈ। ਮੈਂ ਧਾਮੀ ਸਾਹਿਬ ਨੂੰ 20 ਵਾਰ ਇਹ ਚੀਜ਼ ਪੁੱਛ ਚੁੱਕਿਆ, ਉਹੀ ਚੀਜ਼ ਤੁਸੀਂ ਬੋਲ ਰਹੇ ਹੋ ਵੀ ਅਗਰ ਤੁਸੀਂ ਗੁਨੇਗਾਰ ਹੈਗੇ ਹੋ ਤਾਂ ਇਹ FIR ਕਰਵਾਉਣ, ਕਿਉਂ ਨਹੀਂ ਕਰਵਾਉਂਦੇ? ਮੈਂ ਉਹ ਪੁੱਛਣਾ ਚਾਹੁੰਦਾ, ਕਿਉਂ ਨਹੀਂ ਕਰਵਾਉਂਦੇ? ਮੈਂ ਤਾਂ ਤੁਹਾਡੇ ਜਰੀਏ ਨਾ ਵੀ ਕਹਿਣਾ ਵੀ FIR ਅੱਜ ਦਰਜ ਕਰਾ ਦੋ ਮੇਰੇ ਤੇ, ਮੈਂ ਆਪ ਪੇਸ਼ ਹੋ ਜਾਵਾਂਗਾ ਪੁਲਿਸ ਕੋ, ਤੇ ਉੱਥੇ ਇਨਕੁਆਇਰੀ ਚੱਲ ਪਊਗੀ ਆਪਣੇ ਆਪ ਦੇ, ਤੁਸੀਂ ਨਹੀਂ ਕਰਵਾਉਣੀ, ਪੁਲਿਸ ਕਰ ਲੇਗੀ। ਹਾਂ, ਉਹ ਇਨਕੁਆਇਰੀ ਇਹਨਾਂ ਨੇ ਕਦੀ ਹੋਣੀ ਦੇਣੀ, ਕਿਉਂਕਿ ਇਨਕੁਆਇਰੀ ਅਗਰ ਪੁਲਿਸ ਨੇ ਕੀਤੀ, ਅਜਿਹੇ ਜਿਹਨਾਂ ਦੇ ਉੱਤੇ ਇਲਜ਼ਾਮ ਲਾ ਕੇ ਬੇਕਸੂਰੇ ਬਾਹਰ ਕੱਢੇ ਆ, ਉਹ ਪੁਲਿਸ ਕੋਲ ਅਗਰ ਪੇਸ਼ ਹੋ ਗਏ ਤਾਂ ਪੁਲਿਸ ਨੇ ਬਾਲ ਦੀ ਫਿਰ ਖੱਲ ਲਾਣੀ ਆ, ਫਿਰ ਖੱਲ ਲਾਂਦੇ ਲਾਂਦੇ ਇਹਨਾਂ ਦੀ ਛਿੱਲ ਲੱਤੂਗੀ, ਕਿਉਂਕਿ ਇਹਨਾਂ ਨੇ ਘਪਲੇ ਤਾਂ ਕੀਤੇ ਆ, ਇਹਨਾਂ ਨੇ ਖਾਦੇ ਤਾਂ ਇਹਨਾਂ ਨੇ ਆ। ਲੱਖਾਂ ਦੀ ਗੱਲ ਨਹੀਂ, ਕਰੋੜਾਂ ਦੀ ਗੱਲ ਨਹੀਂ, ਅਰਬਾਂ ਦੀ। ਜੇ ਅਸੀਂ ਦੋਸ਼ੀ ਹੋਵਾਂਗੇ ਤਾਂ ਸਾਨੂੰ ਸਜ਼ਾ ਮਿਲ ਜੇ। ਬਿਲਕੁਲ ਇਨਕੁਆਇਰੀ ਤੋਂ ਬਗੈਰ ਸਾਨੂੰ ਬੇਦੋਸ਼ਾਂ ਨੂੰ ਮਾਰਿਆ ਜਾ ਰਿਹਾ, ਇਨਕੁਆਇਰੀ ਤੇ ਕਰਾਓ। ਬਿਲਕੁਲ ਜੀ ਸਰ ਜੀ, ਮੈਂ ਤੁਹਾਡਾ ਹੋਰ ਕੋਈ ਸਾਥ ਨਹੀਂ ਦੇ ਸਕਦਾ, ਮੇਰੇ ਕੋਲ ਗਾਂ ਅੱਗੇ ਨਾ ਕਰਨਾ ਮੈਨੂੰ। ਜੁਝਾਰ ਜੀ ਸਾਥ ਤੁਹਾਨੂੰ ਦੇਣਾ ਪੈਣਾ ਆ, ਪਲੀਜ਼ ਤੁਸੀਂ ਐਵੇਂ ਨਾ ਕਰੋ। ਸਰ ਜੀ ਮੇਰੀ ਹਾਲਤ ਬਹੁਤ ਮਾੜੀ ਹੈ, ਮੈਂ ਪਰਿਵਾਰ ਵਾਲਾ, ਮੈਂ ਤੇ ਦੇਸ਼ ਛੱਡਣ ਨੂੰ ਤਿਆਰ ਹੋਇਆ, ਤੇ ਮੈਂ ਦੇਸ਼ ਛੱਡ ਕੇ ਨਿਕਲ ਜਾ ਹੁਣ ਤੁਸੀਂ ਸੋ ਇਹ ਜੁਝਾਰ ਸਿੰਘ ਅਕਾਊਂਟੈਂਟ ਕਾਫੀ ਲੰਬੇ ਸਮੇਂ ਤੱਕ 33 ਸਾਲ ਮਤਲਬ 3 ਸਾਲ ਹੁਣ ਹੋ ਗਏ ਇਹਨਾਂ ਨੂੰ ਘਰੇ ਬਿਠਾਤਾ, ਸਸਪੈਂਡ ਕੀਤਾ, ਠੀਕ ਹੈ ਜੀ। ਹੁਣ ਇਹ ਜਿਹੜੀਆਂ ਕਰਤੂਤਾਂ ਨੇ SGPC ਦੀਆਂ, ਇਹ ਤੁਸੀਂ ਕਿਹੜੇ ਖਾਤੇ 'ਚ ਲਾਓਗੇ? ਇਨਕੁਆਇਰੀ ਪੂਰੀ ਨਹੀਂ ਹੁੰਦੀ, ਮੁਲਜ਼ਮ ਕਨਫਰਮ ਨਹੀਂ ਹੁੰਦੇ, ਸ਼ੱਕ ਦੇ ਬਿਨਾਂ ਦੇ ਉੱਤੇ ਤੁਸੀਂ ਕਿਸੇ ਨੂੰ ਸਸਪੈਂਡ ਕਰਕੇ ਘਰੇ ਬਿਠਾ ਦਿੰਦੇ ਹੋ, ਉਹਦਾ ਕਰੀਅਰ ਤਬਾਹ ਕਰ ਦਿੰਦੇ ਹੋ, ਠੀਕ ਹੈ। ਮਤਲਬ ਇੱਕ ਬੰਦੇ ਨੂੰ ਪ੍ਰੀ ਰਿਟਾਇਰਮੈਂਟ ਦੇ ਘਰੇ ਬਿਠਾ ਦਿੰਦੇ ਹੋ, ਕਈਆਂ ਤੇ ਪਰਚੇ ਦੇ ਦਿੰਦੇ ਹੋ, ਕੇਸ ਕੋਰਟਾਂ 'ਚ ਕੇਸ ਲੜੇ ਜਾ ਸਕਦੇ ਨੇ, FIR ਕਿਉਂ ਨਹੀਂ ਹੁੰਦੀਆਂ ਤੁਹਾਡੇ ਤੋਂ? ਥਾਣਿਆਂ ਦੇ ਵਿੱਚ ਕਿਉਂ ਨਹੀਂ ਜਾਂਦੇ? ਧਾਮੀ ਸਾਹਿਬ, ਆ ਹੁਣ ਤਾਂ ਤੁਹਾਡੇ ਆਪਣੇ ਬੰਦੇ ਨੇ, ਜਿਹੜੀ 1100 ਪੰਨਿਆਂ ਦੀ ਰਿਪੋਰਟ ਆ ਉਹਦੇ ਵਿੱਚ ਮੁੱਖ ਜਿਹੜਾ 15 ਦਿਨ ਨਾਲ ਰਿਹਾ ਤੁਹਾਡੇ ਰਿਪੋਰਟ ਬਣਾਉਣ ਵਾਲੇ ਦੇ, ਈਸ਼ਰ ਸਿੰਘ ਦੇ, ਉਹ ਬੰਦਾ ਦੱਸ ਰਿਹਾ ਹੈ ਰੋਂਦਾ ਪਿੱਟਦਾ ਕਿ ਉਹਨਾਂ ਤੁਸੀਂ ਕੀ ਕੀਤੀ, ਫਾਂਸੀ ਲੱਗਣ ਤੋਂ ਹੀ ਮਾੜੀ ਜ਼ਿੰਦਗੀ ਆ ਕਹਿੰਦਾ ਮੇਰੀ, ਨਾ ਜਿਉਂਦਾ ਚ ਛੱਡਿਆ ਨਾ ਮਰਿਆ ਚ ਛੱਡਿਆ। ਇਹ ਤੁਸੀਂ ਕਿਹੜੇ ਪਾਸੇ ਦੇ ਸਿੱਖ ਹੋ ਯਾਰ? ਸਹੀ ਕਰਤਾ ਤੁਸੀਂ ਇਸ ਕਹਾਵਤ ਨੂੰ, ਕਹਿੰਦੇ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ। ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਕਿਰਦਾਰ ਹੀ ਇਦਾਂ ਦੇ ਬਣ ਗਏ ਆ, ਜਿਹੜੇ ਦੂਜਿਆਂ ਲਈ ਤਾਂ ਬਾਹਾਂ ਖੋਲ ਕੇ ਮਤਲਬ ਉਹਨਾਂ ਨੂੰ ਛਾਤੀਆਂ ਲਾਉਂਦੇ ਨੇ, ਪਰ ਆਪਣਿਆਂ ਨੂੰ ਛਾਤੀਆਂ ਲਾ ਕੇ ਛੁਰੇ ਮਾਰ ਸੁੱਟ ਜਾਂਦੇ ਨੇ। ਔਰੰਗਜ਼ੇਬ ਅਬਦਾਲੀਆਂ ਨਾਲੋਂ ਵੀ ਤੁਸੀਂ ਅੱਗੇ ਲੰਘ ਗਏ ਹੋ, ਸੱਚੀ ਅੱਗੇ ਲੰਘ ਗਏ ਹੋ। ਸ਼ਰਮ ਕਰ ਲਓ, ਜਦੋਂ ਉਸ ਕਲਗੀਧਰ ਨੇ, ਉਸ ਗੁਰੂ ਰਾਮਦਾਸ ਨੇ ਲਾਠੀ ਚਲਾਈ ਨਾ, ਤੁਹਾਡਾ ਕੱਖ ਨਹੀਂ ਰਹਿਣਾ। ਜਿਹੜੇ ਸੋਚਦੇ ਸੀ ਨਾ ਵੀ ਸ਼ਾਇਦ ਰੱਬ ਤਾਂ ਹੈ ਹੀ ਨਹੀਂ, ਜਿਹੜੇ ਗੁਰੂ ਘਰ ਆ ਕੇ ਝੂਠ ਬੋਲਦੇ ਸੀ ਤਾਂ ਅਸੀਂ ਕੌਮ ਦਾ ਕੁਝ ਵਿਗਾੜਿਆ ਨਹੀਂ, ਅਸੀਂ ਬੇਅਦਬੀਆਂ ਨਹੀਂ ਕਰਵਾਈਆਂ, ਜਿੰਨੇ ਕਰਵਾਈਆਂ ਹੋਣ ਰੱਬ ਉਹਦਾ ਕੱਖ ਨਾ ਛੱਡੇ। ਕੱਖ ਛੱਡਿਆ ਵੀ ਨਹੀਂ ਰੱਬ ਨੇ ਉਹਨਾਂ ਦਾ, ਦੇਖ ਲਓ। ਪਰ ਤੁਸੀਂ ਅੱਜ ਵੀ ਉਹਨਾਂ ਦੇ ਤਲਵੇ ਚੱਟਣ ਲੱਗੇ ਹੋ, ਉਹਨਾਂ ਦੀ ਜੁੱਤੀ 'ਚ ਪਾਣੀ ਪੀ ਰਹੇ ਹੋ। ਸ਼ਰਮ ਕਰ ਲਓ ਥੋੜੀ ਜੀ, ਤੁਹਾਡੇ ਆਪਣੇ ਬੰਦੇ ਨੇ, ਇੱਕ ਇੱਕ ਕਰਕੇ ਹੋਰ ਵੀ ਅੱਗੇ ਆਣਗੇ, ਫਿਕਰ ਨਾ ਕਰੋ। ਇਹਨਾਂ ਨੂੰ ਵੀ ਮਨਾਉਂਗਾ ਦੁਬਾਰਾ ਤੋਂ ਕਿਸੇ ਤਰੀਕੇ, ਜਿੱਦਾਂ ਮਰਜ਼ੀ ਕਰਾਂ, ਮਨਾਵਾਂਗੇ, ਅੱਗੇ ਲੈ ਕੇ ਆਵਾਂਗੇ। ਤੇ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ
ਸਰਕਾਰ ਵੀ ਆਡਿਟ ਕਰਵਾ ਸਕਦੀ ਹੈ। ਸੋ ਮੈਂ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਵਰਕਰ ਹੋ, ਤੁਹਾਨੂੰ ਕਹਿਣਾ ਜਿਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਸਾਰੇ, ਹੁਣ ਗੱਲ ਮੇਰੀ ਧਿਆਨ ਨਾਲ ਸੁਣਿਓ। ਮਾਨ ਸਾਹਿਬ ਐਸਜੀਪੀਸੀ ਦਾ ਆਡਿਟ ਬੈਲੈਂਸ ਸ਼ੀਟਸ ਜਿਹੜੀਆਂ ਹੈਗੀਆਂ ਨੇ ਉਹ ਕਦੇ ਵੀ ਵਿਧਾਨ ਸਭਾ ਦੇ ਵਿੱਚ ਪਹੁੰਚੀਆਂ ਨੇ, ਕਿਉਂਕਿ ਜਦੋਂ ਵੀ ਆਡਿਟ ਹੁੰਦਾ ਵਿਧਾਨ ਸਭਾ ਦੇ ਵਿੱਚ ਇਹ ਇੱਕ ਕਾਪੀ ਉਸ ਦੀ ਜ਼ਰੂਰ ਭੇਜਦੇ ਨੇ। ਲਾਸਟ ਕਾਪੀ ਵਿਧਾਨ ਸਭਾ ਦੇ ਵਿੱਚ ਐਸਜੀਪੀਸੀ ਦੇ ਆਡਿਟ ਦੀ ਕਦੋਂ ਆਈ ਹੈ ਉਹ ਤੁਸੀਂ ਕਿਰਪਾ ਕਰਕੇ ਚੈੱਕ ਕਰਵਾਉਣਾ, ਕਿਉਂਕਿ ਚਾਹੇ ਬਾਦਲ ਸਰਕਾਰ ਹੋਵੇ ਤੇ ਚਾਹੇ ਕੈਪਟਨ ਹੋਵੇ, ਦੋਨੋਂ ਆਪਸ ਦੇ ਵਿੱਚ ਇੱਕੋ ਵਰਗੀ ਇਹ ਗੱਲਾਂ ਨੇ। ਅਗਰ ਆਈ ਵੀ ਹੋਗੀ ਤਾਂ ਅੰਦਰ ਖਾਤੇ ਓਕੇ ਠਾ ਟਿਕ, ਚਲੋ ਜੀ। ਕਿੰਨੇ ਦੇਖਣਾ ਆਡਿਟ, ਕੋਈ ਘਪਲੇ ਇਹਨਾਂ ਦੇ ਆਪਣੇ ਦੇ ਅਰਬਾਂ ਦੇ। ਇਸ ਕਰਕੇ ਹੁਣ ਆਪਣੇ ਸਰਕਾਰੀ ਸੀਏ ਦੇ ਥਰੂ ਤੁਸੀਂ ਆਡਿਟ ਕਰਵਾ ਸਕਦੇ ਹੋ, ਕਿਉਂਕਿ 2012 ਤੋਂ ਲੈ ਕੇ 16 ਤੱਕ ਦਾ ਜਿਹੜਾ 12-13 ਦਾ ਆਡਿਟ ਹੋਇਆ, 13-14 ਦਾ ਹੋਇਆ, ਉਸ ਤੋਂ 15-16 ਜਿਹੜਾ ਉਹ ਸਰਕਾਰੀ ਸੀਏ ਨੇ ਕੀਤਾ ਸੀ ਆਡਿਟ, ਪਰ ਉਹਦਾ ਕੀ ਬਣਿਆ, ਉਸ ਆਡਿਟ 'ਚ ਕੀ ਹੋਇਆ, ਜਿਹੜੀਆਂ ਉਸ ਆਡਿਟ 'ਚ ਮਿਸਟੇਕ ਸੀਗੀਆਂ ਉਹਦੇ ਵਿੱਚ ਕਰੈਕਸ਼ਨ ਨਹੀਂ ਕੀਤੀ ਗਈ। ਤੁਹਾਡੇ ਕੋਲ ਵਿਧਾਨ ਸਭਾ ਦੇ ਵਿੱਚ ਜਦੋਂ ਉਹ ਆਡਿਟ ਪਹੁੰਚਦਾ ਆ, ਤੁਸੀਂ ਉਹਦੇ ਵਿੱਚ ਕਮੀਆਂ ਦੇਖਦੇ ਹੋ, ਉਹਨਾਂ ਕਮੀਆਂ ਨੂੰ ਮਾਰਕ ਕਰਕੇ ਇਹਨਾਂ ਨੂੰ ਕਰੈਕਟ ਕਰਕੇ ਭੇਜਣ ਨੂੰ ਕਹਿੰਦੇ ਹੋ। ਜਦੋਂ ਉਹ ਕਰੈਕਸ਼ਨ ਇਹਨਾਂ ਤੋਂ ਹੋਣੀ ਨਹੀਂ ਤਾਂ ਇਹ ਆਡਿਟ ਕਿੱਥੋਂ ਕਰਵਾ ਲੈਣਗੇ? ਇਸ ਕਰਕੇ ਕਹਿ ਰਹੇ ਆ ਤੁਸੀਂ ਆਪ ਆਪਣੇ ਸੀਏ ਹੁਣ ਭੇਜੋ, ਆਡਿਟ ਕਰਾਓ, ਕਿਉਂਕਿ ਇਹਨਾਂ ਵੱਲੋਂ ਤੁਹਾਨੂੰ ਕਦੀ ਚਿੱਠੀ ਨਹੀਂ ਆਉਣ ਲੱਗੀ ਸਾਡਾ ਆਡਿਟ ਕਰੋ ਜਾਂ ਆ ਕੇ ਦੇਖ ਜਾਓ। ਹੁਣ ਤੁਹਾਨੂੰ ਆਪ ਇਹ ਹਮਲਾ ਮਾਰਨੀਆਂ ਪੈਣੀਆਂ ਨੇ ਆਮ ਆਦਮੀ ਪਾਰਟੀ ਦੇ। ਉਹ ਤੁਸੀਂ ਆਪ ਸੋਚ ਲਓ। ਸੀਐਮ ਸਾਹਿਬ ਤੁਹਾਨੂੰ ਕਹਿਣਾ ਆ, ਇਹਨਾਂ ਨੂੰ ਕਹਿਣ ਦਿਓ ਮਾਸਟਰ ਦਾ ਮੁੰਡਾ, ਚਾਹੇ ਸ਼ਰਾਬੀ ਕਹਿੰਦੇ ਹੋਣ, ਚਾਹੇ ਦਿੱਲੀ ਵਾਲੇ ਬਾਊ ਦੇ ਨਾਲ ਲੱਗਿਆ ਕਿ ਕਹਿੰਦੇ ਹੋਣ, ਪਰ ਹਾਂ ਸਿੱਖ ਕੌਮ ਵਾਸਤੇ ਜਿਹੜੀ ਚੀਜ਼ ਤੁਸੀਂ ਕੀਤੀ ਆ, ਚਾਹੇ ਤੁਸੀਂ ਪੀਟੀਸੀ ਤੋਂ ਗੁਰਬਾਣੀ ਪ੍ਰਸਾਰਣ ਤੋਂ ਇਹ ਚੀਜ਼ ਸ਼ੁਰੂ ਹੋਈ ਸੀ, ਪਰ ਆ ਜਿਹੜੀ ਚੀਜ਼ ਹੈਗੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਗਏ? ਕਿਹਨਾਂ ਨੇ ਹਰਾਮਜ਼ਾਦੀਆਂ ਕੀਤੀਆਂ? ਅਰਬਾਂ ਦਾ ਚੂਨਾ ਕਿੱਦਾਂ ਗੁਰੂ ਘਰ ਦੀਆਂ ਗੋਲਕਾਂ ਨੂੰ ਇਹਨਾਂ ਨੇ ਲਾਇਆ? ਕਿੱਦਾਂ 1925 ਐਕਟ ਜਿਹਦੀ ਦੁਹਾਈ ਭਗਵੰਤ ਮਾਨ ਸਾਹਿਬ ਤੁਹਾਨੂੰ ਦਿੰਦੇ ਨੇ, ਉਸ ਦੀਆਂ ਧੱਜੀਆਂ ਇਹਨਾਂ ਨੇ ਆਪ ਉਡਾਈਆਂ। ਇੱਕ ਪ੍ਰੂਫ ਮੈਂ ਸਾਬਿਤ ਕਰ ਦਿੱਤਾ ਆ, ਸਬੂਤ ਮੇਰੇ ਕੋ ਆ ਪਏ ਨੇ, ਆ ਇੱਥੇ ਫਰਦਾਂ ਹੀ ਪਈਆਂ ਨੇ ਸਾਰੀਆਂ, ਕਿਹੜੀਆਂ ਜ਼ਮੀਨਾਂ ਕਿੱਥੇ ਐਸਜੀਪੀਸੀ ਦੇ ਕਿਹੜੇ ਬੰਦੇ ਨੇ ਦੱਬੀਆਂ ਨੇ, ਕਿਹੜੇ ਬੰਦਿਆਂ ਨੇ ਐਸਜੀਪੀਸੀ ਦੀਆਂ ਜ਼ਮੀਨਾਂ ਵੇਚੀਆਂ ਨੇ, ਕਿਹਨਾਂ ਨੇ ਟਕੇ ਤੇ ਆਪਣੇ ਨਾਮ, ਆਪਣੇ ਦਾਦਿਆਂ ਮਤਲਬ ਪੋਤਿਆਂ ਪੜਪੋਤਿਆਂ ਜਾਂ ਚਾਚਿਆਂ ਤਾਇਆਂ ਦੇ ਵਿੱਚ ਨਾਮ ਉਹਨਾਂ ਦੇ ਚੜਾਈਆਂ ਨੇ। ਇੱਕ ਪ੍ਰੂਫ ਸਾਡੇ ਕੋਲ ਆ, ਪਰ ਕਿਰਪਾ ਕਰਕੇ ਬੇਨਤੀ ਹੈ ਆਪਣਾ ਸੀਏ ਤਿਆਰ ਰੱਖੋ, ਐਸਜੀਪੀਸੀ ਦਾ ਆਡਿਟ ਕਰਵਾਓ। ਮੈਂ ਤਾਂ ਕਹਿੰਦਾ ਆ 12 ਤੋਂ ਲੈ ਕੇ 22 ਤੱਕ ਦਾ ਸਾਰਾ ਆਡਿਟ ਕਰਵਾਓ। 8 ਸਾਲ ਦਾ ਪੈਂਡਿੰਗ ਆ, 16 ਤੱਕ ਦਾ ਹੋਇਆ, ਪਰ ਫੇਰ ਵੀ ਕਰਾਇਆ, ਕਿਉਂਕਿ ਪਹਿਲਾਂ ਵਾਲੇ ਆਡਿਟ ਦੇ ਵਿੱਚ ਵੀ ਹਜ਼ਾਰਾਂ ਮਿਸਟੇਕਸ ਹੋਣਗੀਆਂ ਜਿਹੜੀ ਕਰੈਕਸ਼ਨ ਇਹਨਾਂ ਨੇ ਕਦੇ ਕੀਤੀ ਨਹੀਂ। ਕਿਉਂਕਿ ਕੁੱਤੀ ਚੋਰਾਂ ਵਾਲੀ ਆ, ਇਹਨਾਂ ਨੇ ਸਵਾਹ ਉਹਦੇ ਵਿੱਚ ਕਰੈਕਸ਼ਨ ਕਰਨੀ ਆ। ਇਹਨਾਂ ਨੂੰ ਬਸ ਗੁਰੂ ਘਰ ਦੇ ਗੋਲਕਾਂ ਦੇ ਵਿੱਚ ਡਿੱਗਦਾ ਹੋਇਆ ਪੈਸਾ ਦਿੰਦਾ ਆ, ਚੜਾਵਾ ਬਾਹਰੋਂ ਸੰਗਤ ਆਉਂਦੀ ਹੈ ਚੜਾਉਂਦੀ ਹੈ, ਕੋਈ ਸੋਨਾ ਦਾਨ ਕਰਦਾ, ਇਹਨਾਂ ਨੂੰ ਬਸ ਉਹ ਦਿੰਦਾ ਆ, ਜਾਂਦਾ ਕਿੱਥੇ ਕੋਈ ਪਤਾ ਨਹੀਂ। ਇੱਕ ਚੀਜ਼ ਦਾ ਜਦੋਂ ਹਿਸਾਬ ਲੈਣ ਅਸੀਂ ਇਹਨਾਂ ਕੋਲ ਬਹਿ ਗਏ ਨਾ ਤਾਂ ਫਿਰ ਅਰਬਾਂ ਦੇ ਘੁਟਾਲੇ ਨਿਕਲ ਕੇ ਆਣਗੇ ਸਾਹਮਣੇ। ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਇਸ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਤੇ ਹੁਣ ਰੋਟੀਆਂ ਦੇ ਘਪਲੇ ਤੇ ਆ ਜਾਈਏ। ਧਾਮੀ ਸਾਹਿਬ, ਰੋਟੀਆਂ ਦੇ ਘਪਲੇ ਦੇ ਵਿੱਚ ਤੁਸੀਂ 51 ਬੰਦੇ ਮੁਅੱਤਲ ਕੀਤੇ, ਪਰ ਜਿਹੜਾ ਅਸਲ ਕਸੂਰਵਾਰ ਮਨਜੀਤ ਸਿੰਘ ਸਟੋਰ ਕੀਪਰ, ਉਹਦੇ ਉੱਤੇ ਵੀ ਤੁਹਾਡੇ ਫਲਾਈਂਗ ਡਿਪਾਰਟਮੈਂਟ ਨੇ ਜਾਂਚ ਕੀਤੀ ਸੀ, 20 ਘਪਲੇ ਨਿਕਲੇ ਸੀਗੇ। ਠੀਕ ਹੈ ਜੀ, ਯਾਦ ਹੈਗੇ ਨੇ ਉਹਦੇ ਘਪਲੇ ਕਿ ਨਹੀਂ ਯਾਦ? ਜਾਂਚ ਜਿਹੜੀ ਫਲਾਈਂਗ ਡਿਪਾਰਟਮੈਂਟ ਨੇ ਉਹਦੇ ਖਿਲਾਫ ਕੀਤੀ ਸੀਗੀ, ਜਾਂਚ ਕੀ ਸੀ ਮੈਂ ਸੰਗਤ ਜੀ ਤੁਹਾਨੂੰ ਦੱਸਦਾ ਆ। ਸਟੋਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਛੋਟੀਆਂ ਮੋਟੀਆਂ ਨਹੀਂ, ਬਹੁਤ ਵੱਡੀਆਂ ਵੀ। ਸਟੋਰ ਦੇ ਵਿੱਚ ਇੱਕ ਲੇਜ਼ਰ ਹੁੰਦੀ ਹੈ ਜਿਹੜੀ ਮੇਨਟੇਨ ਕਰਦੀ ਹੁੰਦੀ ਹੈ, ਉਹਦੇ ਵਿੱਚ ਸਾਰੇ ਲਿਖੇ ਹੁੰਦੇ ਨੇ ਕਿ ਕੰਪਿਊਟਰ ਕਿੰਨੇ ਨੇ, ਏਸੀ ਕਿੰਨੇ ਨੇ, ਜਨਰੇਟਰ ਕਿੰਨੇ ਨੇ, XYZ ਹੋਰ ਮਸ਼ੀਨਾਂ ਕਿੱਥੇ ਕਿੰਨੀਆਂ ਨੇ, ਕੀ ਹੈ ਕੀ ਨਹੀਂ ਹੈ, ਸਮਝ ਸਕਦੇ ਹੋ। ਉਹ ਲੇਜ਼ਰ ਉਹ ਸਟੋਰ ਦਾ ਹਿਸਾਬ ਕਿਤਾਬ ਮਨਜੀਤ ਸਿੰਘ ਦੇ ਕੋਲ ਸੀਗਾ ਸਾਰਾ ਦਾ ਸਾਰਾ। ਇਸ ਨੇ ਉਹ ਮਤਲਬ ਚੀਜ਼ਾਂ ਤਾਂ ਗਾਇਬ ਕੀਤੀਆਂ ਹੀ ਕੀਤੀਆਂ ਸਟੋਰ ਚੋਂ ਸਾਰੀਆਂ, ਚਾਹੇ ਏਸੀ ਹੋਣ, ਪੱਖੇ ਹੋਣ, ਕੂਲਰ ਹੋਣ, ਮਸ਼ੀਨਾਂ ਹੋਣ, ਕੰਪਿਊਟਰਸ ਹੋਣ, ਸਿਸਟਮਸ ਹੋਣ, ਠੀਕ ਹੈ, ਹੋਰ ਲੱਲਾ ਬਾਬਾ ਜੋ ਵੀ ਹੈ। 150 ਤੋਂ ਵੱਧ ਆਈਟਮਾਂ ਸਟੋਰ ਦੇ ਵਿੱਚ ਹੁੰਦੀਆਂ ਨੇ ਐਦਾਂ ਦੀਆਂ ਮਹਿੰਗੀਆਂ। ਇਸ ਬੰਦੇ ਨੇ ਆਈਟਮਾਂ ਤਾਂ ਗਾਇਬ ਕੀਤੀਆਂ ਸਟੋਰ ਚੋਂ, ਉਹਦੇ ਨਾਲ ਲੇਜ਼ਰ ਵੀ ਗਾਇਬ ਹੀ ਕਰਤੀ ਜਿੱਤੇ ਚੜੀਆਂ ਸੀ ਆਈਟਮਾਂ। ਫਿਰ ਕਮੇਟੀ ਬੈਠੀ ਸੀ ਇਸ ਦੇ ਉੱਤੇ, ਜਾਂਚ ਹੋਈ ਸੀ ਜੀ ਮਨਜੀਤ ਸਿੰਘ ਤੇ ਜਿਹਨੇ ਰੋਟੀਆਂ ਦਾ ਘਪਲਾ ਕੀਤਾ ਹੈ। ਤਾਂ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਤਕਰੀਬਨ 30 ਤੋਂ ਵੱਧ ਇੰਸਪੈਕਟਰ ਸ਼ਾਮਿਲ ਨੇ। ਸੰਗਤ ਜੀ ਤੁਹਾਨੂੰ ਇੰਸਪੈਕਟਰਾਂ ਵੀ ਦੱਸ ਦਿੰਦਾ, ਐਸਜੀਪੀਸ ਦੇ ਵਿੱਚ ਤਕਰੀਬਨ 250 ਇੰਸਪੈਕਟਰ ਹੈ। ਜਦੋਂ ਵੀ ਗੋਲਕ ਗਿਣੀ ਜਾਂਦੀ ਹੈ ਤਾਂ ਇੱਕ ਅੱਧਾ ਇੰਸਪੈਕਟਰ ਸਿਰ ਤੇ ਜ਼ਰੂਰ ਖੜਾ ਹੁੰਦਾ। ਉਹਨਾਂ ਦਾ ਕੰਮ ਇਹੀ ਹੁੰਦਾ ਜਿੱਥੇ ਵੀ ਪੈਸੇ ਦੀ ਲੈਣ ਦੇਣ ਹੋ ਰਹੀ ਹੈ ਜਾਂ ਸਮਾਨ ਦਾ ਆਣਾ ਜਾਣਾ ਹੈ, ਉਹਨਾਂ ਤੇ ਨਜ਼ਰ ਰੱਖੀ ਜਾਵੇ, ਇੰਸਪੈਕਸ਼ਨ ਉਹਨਾਂ ਦੀ ਕੀਤੀ ਜਾਵੇ। ਇਹ ਇਹਨਾਂ ਦੇ 250 ਇੰਸਪੈਕਟਰਾਂ ਦੇ ਵਿੱਚੋਂ ਤਕਰੀਬਨ 30 ਤੋਂ 40 ਇੰਸਪੈਕਟਰ ਆ ਜਿਹੜਾ ਝੂਠ ਦਾ ਜਿਹੜਾ ਇਹਨਾਂ ਨੇ ਘੁਟਾਲਾ ਕੀਤਾ ਨਾ, ਉਹ ਝੂਠ ਦੇ ਘੁਟਾਲੇ ਦੇ ਵਿੱਚ ਸ਼ਾਮਿਲ ਨੇ। ਤਾਂ ਕਰਕੇ ਧਾਮੀ ਸਾਹਿਬ ਕਹਿੰਦੇ ਆ ਰਿਪੋਰਟਾਂ ਨਸ਼ਰ ਕਰੋ ਜੀ, ਸਾਨੂੰ ਇਹ ਰਿਪੋਰਟਾਂ ਚਾਹੀਦੀਆਂ ਨੇ ਸਾਹਮਣੇ।
ਕਿਉਂਕਿ ਇਹ ਨਹੀਂ ਹੈ ਕਿ ਐਸਜੀਪੀਸੀ ਨੇ ਕਰਵਾ ਲੀਆਂ ਤੇ ਐਸਜੀਪੀਸੀ ਦੱਬ ਕੇ ਬਹਿ ਗਈ, ਸਾਡੀ ਫਲਾਈਂਗ ਡਿਪਾਰਟਮੈਂਟ ਆ, ਸਾਡੀ ਪੜਤਾਲੀਆ ਕਮੇਟੀ ਹੈ, ਸਾਡੀ ਮਰਜ਼ੀ ਹੈ, ਜਿਹੜਾ ਮਰਜ਼ੀ ਗੁਨੇਗਾਰ ਅਸੀਂ ਬਣਾ ਕੇ ਥਾਪ ਕੇ ਸਾਈਡ ਤੇ ਪਾ ਦਈਏ, ਆਹ ਗੁਨੇਗਾਰ ਹੈ ਜੀ, ਜਿਹਨੂੰ ਮਰਜ਼ੀ ਅਸੀਂ ਚਿੱਟਾ ਚੋਲਾ ਪਵਾ ਕੇ ਬਲਾਤਕਾਰੀ ਨੂੰ ਵੀ ਕੁਰਸੀ ਤੇ ਬਿਠਾ ਦਈਏ। ਨਹੀਂ ਜੀ, ਇਹ ਤਾਂ ਸਾਹਿਬ ਨੇ, ਇਹ ਤਾਂ ਸਕੱਤਰ ਸਾਹਿਬ ਨੇ, ਇਹ ਤਾਂ ਸਾਡੇ ਮੈਂਬਰ ਨੇ। ਹੁਣ ਨਹੀਂ ਚੱਲਣਾ। ਜਿਹੜਾ ਵੀ ਆਊਗਾ ਸਾਹਮਣੇ ਇੱਕ ਇੱਕ ਦੇ ਚਿੱਟੇ ਖੋਲੂਗਾ, ਕਿਉਂਕਿ ਤੁਹਾਡੇ ਵਿੱਚ ਚਿੱਟੇ ਚੋਲਿਆਂ ਵਾਲਿਆਂ ਦੇ ਵਿੱਚ 100 ਚ ਬੜੀ ਹੱਦ 5 ਜਾਂ 7 ਹੀ ਹੋਣਗੇ ਜਿਹੜੇ ਵਾਕਈ ਚਿੱਟੇ ਚੋਲੇ ਵਾਲੇ ਨੇ, ਜਿਹੜੇ ਉਸ ਗੁਰੂ ਦੇ ਲੜ ਲੱਗੇ ਨੇ, ਜੁੜੇ ਨੇ। ਬਾਕੀਆਂ ਦੇ ਚੋਲੇ ਲਹਾ ਕੇ ਜੇ ਦੇਖ ਲਈ ਨਾ, ਅੰਦਰੋਂ ਕਾਲੇ ਹੀ ਹੋ, ਠੀਕ ਹੈ। ਬਾਕੀ ਹੋਰ ਅੰਦਰੋਂ ਕੀ ਹੋ ਤੁਸੀਂ, ਉਹ ਰੱਬ ਹੀ ਜਾਣਦਾ, ਪੰਨੂ ਵਰਗੇ ਹੋ ਜਾਂ ਕਿੱਦਾਂ ਦੇ ਹੋ, ਠੀਕ ਹੈ ਜੀ। ਉਹ ਅੱਗੇ ਨਹੀਂ ਇੰਨਾ ਜਾਂਦਾ, ਉਹ ਤੁਹਾਡੀ ਸ਼ਨਾਖਤ ਉਹ ਉੱਤੇ ਵਾਲਾ ਰੱਬ ਹੀ ਕਰੂਗਾ, ਜਿੰਨੇ ਕੁਛ ਭੈਠੀਏ ਤੁਸੀਂ ਬਣ ਕੇ ਬਹਿ ਗਏ ਹੋ ਵਿੱਚ। ਤੇ ਨਾਲ ਮੈਂ ਫਿਰ ਤੋਂ ਰਿਪੀਟ ਕਰ ਦਿੰਦਾ ਜੀ, ਧਾਮੀ ਸਾਹਿਬ ਪੌਂਟਾ ਸਾਹਿਬ ਵਾਲੀ ਜ਼ਮੀਨ, ਠੀਕ ਹੈ ਜੀ, 1964 ਤੋਂ ਲੈ ਕੇ 2023 ਤੱਕ ਦਾ ਸਾਰਾ ਹਿਸਾਬ ਕਿਤਾਬ ਚਾਹੀਦਾ। ਤੇ ਨਾਲ ਹੀ ਭਗਵੰਤ ਮਾਨ ਸਾਹਿਬ ਇੱਧਰ ਪੌਂਟਾ ਸਾਹਿਬ ਵੱਲ ਵੀ ਧਿਆਨ ਦਿਓ, ਅਰਬਾਂ ਦਾ ਘੁਟਾਲਾ ਉਧਰਲੇ ਪਾਸੇ ਵੀ ਹੋਊਗਾ। ਯੋਗੀ ਭਜਨ ਲਾਲ ਦੀਆਂ ਤਸਵੀਰਾਂ ਬਲਾਤਕਾਰੀ ਦੀਆਂ ਉਤਾਰੀਆਂ, ਨਹੀਂ ਉਤਾਰੀਆਂ, 2 ਕਰੋੜ ਲੈ ਕੇ ਜਿਹਨੂੰ ਰਤਨ ਦਿੱਤਾ ਸੀ, ਠੀਕ ਹੈ ਜੀ। ਮੈਂ ਤਾਂ ਤੁਹਾਨੂੰ ਇਹ ਚੀਜ਼ਾਂ ਯਾਦ ਕਰਵਾਉਣਾ ਆ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਨਾਲ ਯਾਦ ਹੋ ਜਾਣ, ਠੀਕ ਹੈ ਜੀ। ਮੋਹਾਲੀ ਪਿੰਡ ਬਲੋਰੀ ਦੇ ਜਿਹੜੀ ਜ਼ਮੀਨ ਵੇਚੀ ਗਈ ਸੀ, ਤੁਹਾਡੇ ਆਪਣੇ ਮੈਂਬਰਾਂ ਨੇ ਕਰੋੜਾਂ ਦੀ ਜ਼ਮੀਨ ਵੇਚੀ ਹੈ, ਉਹਨਾਂ ਮੈਂਬਰਾਂ ਉੱਤੇ ਕੀ ਕਾਰਵਾਈ ਕਰ ਰਹੇ ਹੋ ਉਹ ਵੀ ਪਤਾ ਲੱਗਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਉੱਤੇ ਹੁਣ ਫਲਾਈਂਗ ਡਿਪਾਰਟਮੈਂਟ ਭੇਜੋ ਨਾ, ਕਿੰਨੇ ਕਿੰਨੇ ਵੇਚੀਆਂ ਜ਼ਮੀਨਾਂ, ਕਿੱਦਾਂ ਵੇਚੀਆਂ ਜ਼ਮੀਨਾਂ, ਆਪੇ ਤੁਹਾਨੂੰ ਅਕਲ ਟਿਕਾਣੇ ਆ ਜੂਗੀ। ਬੋਲੋ। ਖੈਰ ਜਵਾਬ ਤੁਹਾਡੇ ਕੋਲ ਹੋਣਾ ਹੀ ਨਹੀਂ। ਚੰਦੂਆ ਸਾਹਿਬ ਕਹਿੰਦੇ ਵੇਚਿਆ ਸੀਗਾ, ਨਾਮ ਕੱਢ ਕੇ ਮੈਂ ਦੇਵਾਂ, ਤੁਸੀਂ ਦਵੋਗੇ? 1.5 ਲੱਖ ਦਾ ਚੰਦੂਆ 4.5 ਲੱਖ 'ਚ ਵਿਕਿਆ। ਬਾਕਸ ਬੁਕਿੰਗ ਜਿਹੜੀ ਹੁੰਦੀ ਹੈ, ਰਿਪੋਰਟ ਅੱਧੀ ਕਿਉਂ ਕੀਤੀ ਗਈ, ਬੰਦ ਕਰਕੇ ਦਬਾਤੀ, ਕੀ ਗੱਲ? ਬੀਬਾ ਹਰਜੀਤ ਕੌਰ ਦੀ ਰਿਪੋਰਟ, ਕੀ ਗੱਲ? ਪਿਓ ਦਾ ਰਾਜ ਹੈ, ਆਪਣੇ ਆਪ ਇਨਕੁਆਇਰੀ ਕਰਵਾਈਏ, ਜਿਹਦੀ ਮਰਜ਼ੀ ਰਿਪੋਰਟ ਛਾਪਦੀ ਹੈ, ਜਿਹਦੀ ਮਰਜ਼ੀ ਦਬਾਈਏ। ਹੁਣ ਨਹੀਂ ਚੱਲਣਾ, ਹੁਣ ਤਾਂ ਰਿਪੋਰਟਾਂ ਕਢਾ ਕੇ ਰਹਾਂਗੇ ਸਾਰੀਆਂ ਦੀਆਂ ਸਾਰੀਆਂ, ਠੀਕ ਹੈ ਜੀ। ਤੇ ਆਹ ਜੁਝਾਰ ਸਿੰਘ ਵਾਲਾ ਮਸਲਾ ਵੀ ਹੁਣ ਸਿਰੇ ਲਾ ਕੇ ਰਹਾਂਗੇ ਕਿ ਆਖਿਰ ਇਸ ਬੰਦੇ ਨੂੰ ਤੁਸੀਂ ਕੀ ਡਰਾਇਆ, ਕੀ ਧਮਕਾਇਆ, ਕੀ ਇਹਦੇ ਗਲ 'ਚ ਤੁਸੀਂ ਗੂਠਾ ਦਿੱਤਾ ਕਿ ਉਹਦੀ ਜ਼ੁਬਾਨ ਨਹੀਂ ਖੁੱਲਦੀ। ਤੇ ਜਿੰਨੇ ਬੰਦੇ ਤੁਸੀਂ 328 ਸਰੂਪਾਂ ਨੂੰ ਲੈ ਕੇ ਸਸਪੈਂਡ ਕੀਤੇ ਨੇ, ਮੁਅੱਤਲ ਕੀਤੇ ਨੇ, ਬਰਖਾਸਤ ਕੀਤੇ ਨੇ, ਉਹਨਾਂ ਦੀ ਜਾਨ ਅਜਿਹੀ ਕਿਉਂ ਤੁਸੀਂ ਕੱਢੀ ਹੈ ਵੀ ਉਹ ਘਰੋਂ ਬੇਘਰ ਹੋ ਗਏ ਜਾਂ ਪੰਜਾਬ ਛੱਡ ਕੇ ਹੀ ਭੱਜ ਗਏ? ਅਜਿਹਾ ਆਖਿਰ ਤੁਹਾਡੇ 'ਚ ਕਿੰਨਾ ਕੀ ਵੱਡਾ ਗੁੰਡਾ ਕੋਈ ਬੈਠਿਆ ਆ ਜਿਹਦੀ ਗੋਲੀ ਦਾ ਡਰ ਇਹਨਾਂ ਸਾਰਿਆਂ ਨੂੰ ਹੈ? ਦੇਖਣਾ ਤਾਂ ਬਣਦਾ ਹੈ, ਪੂਰਾ ਪੰਜਾਬ ਦੇਖੂ, ਸਿੱਖ ਸੰਗਤ ਦੇਖੂ, ਇਨਸਾਫ ਲੈ ਕੇ ਰਹਾਂਗੇ। ਸੰਗਤ ਜੀ ਤੁਸੀਂ ਇਸ ਸਾਰੇ ਮਸਲੇ ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਏ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਨਾ ਕਿ ਭਗਵੰਤ ਮਾਨ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਜਿਹੜੇ ਸਾਡਾ ਸਾਥ ਹੋਰ ਅੱਗੇ ਇੱਕ ਕਦਮ ਵੱਧ ਕੇ ਦੇਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਬਰਸ਼ਿਪ ਦਾ ਲਿੰਕ ਹੈ, ਉਸ ਨੂੰ ਕਲਿੱਕ ਕਰਕੇ ਤੁਸੀਂ ਮੈਂਬਰਸ਼ਿਪ ਜੁਆਇਨ ਕਰ ਸਕਦੇ ਹੋ। ਦਿਓ ਇਜਾਜ਼ਤ, ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।